कि खुदावंद यीशु मसीह ने सानू मौका दिता भी असीं उहदे नाम की महिमा वडेग कर सकीए। और अज जिहड़ी वर्शिप हुई है ना, बहुत खास वर्शिप है। किसी लिए तमाशा हो सकती है, किसी लिए ये दिखावा हो सकता, किसी लिए ड्रामा हो सकता, किसी लिए रौला हो सकता। एडा रौला पाया होया इन्होंने की दिखाना, की साबित करना। पर यीशु मसीह लई तो उन्हां लोकां लई जिहड़े दिलों दुआ कर रहे सी, स्वर्ग दा माहौल आए। आमीन, हालेलुया, हालेलुया। क्योंकि मैं तुहानू बयान नहीं कर सकता। स्वर्ग दे विच साज, तुरियां, नरसिंगे और दूत इन्नी ऊंची आवाज ना आराधना करते आ, धरती हिल जाती है। हालेलुया, हालेलुया। कारा लाऊगी। मेरा विश्वास है
मत्ती दी अंजील बुक ऑफ मैथ्यू चैप्टर 4 वर्स 1। ਉਹਨੂੰ ਭੁੱਖ ਲੱਗੀ। ਹਾਲੇਲੂਇਆ ਹਾਲੇਲੂਇਆ। ਪਵਿੱਤਰ ਆਤਮਾ ਕਿੱਥੇ ਲੈ ਕੇ ਗਿਆ? ਉਜਾੜ ਵਿੱਚ। ਉਜਾੜ ਦੇ ਵਿੱਚ ਕਿਹਦੇ ਕੋਲ? ਸ਼ੈਤਾਨ ਕੋਲ। ਸੁਣਨਾ ਹੁਣ ਵਚਨ, ਡਰ ਵੀ ਲੱਗਣਾ ਤੁਹਾਨੂੰ। ਅੱਜ ਆਤਮਾ ਤਾਂ ਮੰਗਦੇ ਹੋ, ਪਵਿੱਤਰ ਆਤਮਾ ਤਾਂ ਅਸੀਂ ਮੰਗਦੇ ਹਾਂ, ਪਰ ਆਤਮਾ ਤਿਆਰ ਕਰਦਾ ਕਿਸੇ ਮਕਸਦ ਲਈ, ਪਰਪਸ ਲਈ ਤਿਆਰ ਕਰਦਾ। ਯਿਸੂ ਮਸੀਹ ਨੂੰ ਆਤਮਾ ਨੇ ਤਿਆਰ ਕੀਤਾ ਔਰ ਕਿੱਥੇ ਲੈ ਗਿਆ? ਉਜਾੜ ਵਿੱਚ। ਵੀ ਸ਼ੈਤਾਨ ਦੇ ਕੋਲੋਂ ਕੀ ਕੀਤਾ ਜਾਵੇ? ਪਰਤਾਇਆ ਜਾਵੇ। ਪਰਤਾਇਆ ਜਾਵੇ। ਯਿਸੂ ਮਸੀਹ ਕਦੇ ਨਹੀਂ ਪਰਤਾਊਗਾ, ਸ਼ੈਤਾਨ ਪਰਤਾਊਗਾ। ਪਰ ਸ਼ੈਤਾਨ ਦੇ ਪਰਤਾਉਣ ਤੋਂ ਪਹਿਲਾਂ ਪਵਿੱਤਰ ਆਤਮਾ ਸਾਡੀ ਕੀ ਕਰਦਾ ਵਾ? ਅਗਵਾਈ ਨਹੀਂ, ਤਿਆਰੀ ਕਰਦਾ ਸਾਡੀ। ਕੀ ਕਰਦਾ ਵਾ? ਤਿਆਰੀ ਕਰਦਾ ਵਾ ਸਾਡੀ। ਸਮਝ ਆ ਰਹੀ ਵਚਨ ਦੀ? ਪਵਿੱਤਰ ਆਤਮਾ ਸਾਡੀ ਕੀ ਕਰਦਾ ਵਾ? ਤਿਆਰੀ ਕਰਦਾ। ਪਤਰਸ ਖੜਾ ਹੋ ਜਲਦੀ, ਇਧਰ ਆ। ਕਿੰਨਵੀਂ ਚ ਪੜ੍ਹਦੇ ਹੋ? 6 ਵਿੱਚ ਪੜ੍ਹਦਾ ਹੈ, 6ਵੀਂ ਜਮਾਤ ਵਿੱਚ ਪੜ੍ਹਦਾ। ਹੁਣ ਸਮਝਣੀ ਐਗਜ਼ਾਮਪਲ ਸਮਝਣੀ ਹੈ। ਪਵਿੱਤਰ ਆਤਮਾ ਕੀ ਕਰਦਾ? ਸਾਰਾ ਸਾਲ ਬੱਚੇ ਨੂੰ ਪੜ੍ਹਾਇਆ ਜਾਂਦਾ ਸਕੂਲ ਦੇ ਵਿੱਚ। ਸਾਰਾ ਸਾਲ ਕੀ ਕੀਤਾ ਜਾਂਦਾ ਵਾ? ਪੜ੍ਹਾਇਆ ਜਾਂਦਾ। ਵੀ ਜਦੋਂ ਇਹਦੇ ਟੈਸਟ ਹੋਣ, ਜਦੋਂ ਇਹਦੇ ਮਾਰਚ ਦੇ ਸਤੰਬਰ ਦੇ ਪੇਪਰ ਹੋਣ, ਇਹ ਕੀ ਕਰੇ? ਵਿੱਚੋਂ ਵਧੀਆ ਨੰਬਰ ਲੈ ਕੇ ਕੀ ਹੋ ਜਾਵੇ? ਪੇਪਰਾਂ ਦੇ ਵਿੱਚ ਜਿਹੜੇ ਸਵਾਲ ਜਵਾਬ ਆਉਂਦੇ ਨੇ ਪੇਪਰ ਤੋਂ ਬਾਹਰ ਆਉਂਦੇ ਨੇ, ਕਿਤਾਬਾਂ ਤੋਂ ਬਾਹਰ ਆਉਂਦੇ ਜਾਂ ਕਿਤਾਬਾਂ ਚੋਂ ਹੀ ਆਉਂਦੇ ਨੇ? ਜਿਹੜੀਆਂ ਤੁਹਾਨੂੰ 10 12 15 ਕਿਤਾਬਾਂ ਲੱਗੀਆਂ 9ਵੀਂ 10ਵੀਂ 8ਵੀਂ 12ਵੀਂ ਦੇ ਵਿੱਚ ਜਿੰਨੀਆਂ ਵੀ ਕਿਤਾਬਾਂ ਹੁੰਦੀਆਂ ਨੇ, ਉਹ ਕਿਤਾਬਾਂ ਤੋਂ ਬਾਹਰੋਂ ਸਵਾਲ ਆਉਂਦੇ ਨੇ ਜਾਂ ਕਿਤਾਬਾਂ ਚੋਂ ਆਉਂਦੇ ਨੇ? ਤੇ ਟੀਚਰ ਕਿੱਥੋਂ ਪੜਾਉਂਦੇ ਨੇ? ਆਵਾਜ਼ ਉੱਚੀ ਹੋਣੀ ਚਾਹੀਦੀ ਆ। ਜਿਹੜੇ ਪੜ੍ਹਦੇ ਨੇ ਉੱਚੀ ਆਵਾਜ਼ ਨਾਲ। ਕਿਤਾਬਾਂ ਚੋਂ ਟੀਚਰ ਸਾਰਾ ਸਾਲ ਤਿਆਰੀ ਕਰਾਉਂਦਾ, ਬੱਚੇ ਦੀ ਪੇਪਰਾਂ ਦੀ ਤਿਆਰੀ ਕਰਾਉਂਦਾ। ਵੀ ਤੇਰੇ ਐਗਜ਼ਾਮ ਆਉਣੇ ਆ, ਤਿਆਰ ਹੋ ਜਾ, ਪ੍ਰਪੇਅਰ ਹੋ ਜਾ। ਉਹਨੂੰ ਤਿਆਰੀ ਕਰਾਉਂਦੇ ਨੇ ਵੀ ਤੇਰਾ ਟੈਸਟ ਹੋਣਾ ਵਾ। ਕੀ ਹੋਣਾ? ਤੇਰਾ ਟੈਸਟ ਹੋਣਾ ਵਾ। ਜੇ ਤਾਂ ਬੱਚਾ ਪੜ੍ਹ ਰਿਹਾ ਟੀਚਰ ਦੇ ਅਕੋਰਡਿੰਗ, ਜੋ ਦੱਸਿਆ ਜਾ ਰਿਹਾ ਉਹ ਪੜ੍ਹ ਰਿਹਾ, ਕੋਈ ਵੀ ਇਹਨੂੰ ਪੇਪਰ ਦੇ ਵਿੱਚੋਂ ਹਰਾ। ਪੜ੍ਹਾਈ ਦੇ ਸਮੇਂ ਇੱਧਰ ਉੱਧਰ ਕੰਮ ਕਰਦਾ ਪੈਂਦਾ, ਪੜ੍ਹਾਈ ਦੇ ਸਮੇਂ ਇੱਧਰ ਉੱਧਰ ਦੌੜਾ ਫਿਰਦਾ, ਟੀਵੀ ਦੇਖਦਾ, ਖੇਲਦਾ ਕੂਦਦਾ। ਜਦੋਂ ਪੇਪਰ ਆਉਣਗੇ ਫਿਰ ਇੱਥੇ ਨੇਫੇ 'ਚ ਪਰਚੀਆਂ ਉਡਾਊਗਾ, ਫਿਰ ਇਹਦੇ ਬਾਹਾਂ 'ਚ ਪਰਚੀਆਂ ਪਾਊਗਾ, ਫਿਰ ਕਦੀ ਕਦੇ ਪਿੱਛੇ ਪਰਚੀਆਂ ਲੁਕਾਊਗਾ ਜੇਬਾਂ ਦੇ ਵਿੱਚ, ਕਦੀ ਪੌਂਚਿਆਂ 'ਚ ਪਰਚੀਆਂ ਉਡਾਊਗਾ। ਫਿਰ ਨਕਲ ਨਾਲ ਹੀ ਪਾਸ ਹੋਊਗਾ। ਉਹ ਵੀ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ। ਪਰ ਪਰਮੇਸ਼ਰ ਦੇ ਕੰਮਾਂ 'ਚ ਨਕਲ ਨਹੀਂ ਚੱਲਦੀ, ਕਿਉਂਕਿ ਨਕਲ ਜਿਹੜੇ ਚਲਾਉਂਦੇ ਨੇ ਨਾ ਫਿਰ ਉਹ ਜੁੱਤੀ ਬੜੀ ਫਿਰਦੀ ਆ। ਬਾਈਬਲ 'ਚ ਦਰਜ ਹੈ ਵੀ ਗੱਲ। ਕਿਹਨਾਂ ਨੂੰ ਪਤਾ ਕਿੱਥੇ ਦਰਜ ਆ? ਨਕਲ ਵਾਲੇ ਬੰਦੇ। ਹਾਲੇਲੂਇਆ। ਪੜ੍ਹਾਈ 'ਚ ਤਾਂ ਤੁਸੀਂ ਨਕਲ ਮਾਰ ਲੂਗੇ, ਪਰਮੇਸ਼ਰ ਦੇ ਕੰਮਾਂ ਵਿੱਚ ਨਕਲ ਵੀ ਨਹੀਂ ਚੱਲਣੀ, ਕਿਉਂਕਿ ਰਸੂਲਾਂ ਦੇ ਕਰਤੱਵ ਵਿੱਚ ਲਿਖਿਆ ਹੋਇਆ। ਇੱਕ ਸੰਤ ਸੀ, ਉਹਦੇ ਮੁੰਡੇ ਉੱਠੇ, ਜਾਜਕ ਸੀ, ਉਹਦੇ ਮੁੰਡੇ ਉੱਠੇ, 7 ਮੁੰਡੇ ਉਹਦੇ। ਰਸੂਲਾਂ ਦੇ ਕਰਤੱਵ ਦੇ ਵਿੱਚ ਕਹਿੰਦੇ ਬਦਰੂਆਂ ਕੱਢਣ ਅਸੀਂ ਵੀ ਚੱਲਦੇ ਆ, ਸਾਡਾ ਪੇ ਵੀ ਕੱਢਦਾ, ਅਸੀਂ ਵੀ ਚੱਲਦੇ ਆ ਕੱਢਣ। ਨਕਲ ਕੀਤੀ। ਕੀ ਕੀਤੀ ਉਹਨਾਂ ਨੇ? ਪਲੂਸ ਦੀ ਨਕਲ ਕੀਤੀ, ਪਤਰਸ ਦੀ ਨਕਲ ਕੀਤੀ, ਆਪਣੇ ਪੇ ਦੀ ਨਕਲ ਕਰ ਰਹੇ ਨੇ। ਕਹਿੰਦੇ ਚਲੋ ਬਦਰੂਆਂ ਕੱਢਣ। ਬਦਰੂਆਂ ਕੱਢਣ ਗਏ, ਉਹਨਾਂ ਨੂੰ ਜਾ ਕੇ ਕਹਿੰਦੇ ਯਿਸੂ ਦੇ ਨਾਮ 'ਚ ਨਿਕਲ ਜਾ। ਬਦਰੂ ਮੋਰੋ ਕਹਿੰਦੀ ਪਲੂਸ ਨੂੰ ਮੈਂ ਜਾਣਦੀ, ਪਤਰਸ ਨੂੰ ਮੈਂ ਜਾਣਦੀ ਆ, ਯਿਸੂ ਮਸੀਹ ਨੂੰ ਮੈਂ ਜਾਣਦੀ, ਤੂੰ ਕੌਣ ਹੈ ਓਏ?
ਬਦਰੂਆਂ ਨੇ ਕੀ ਕੀਤਾ? ਨਕਲ ਮਾਰਨ ਵਾਲਿਆਂ ਦੇ ਕੀ ਫੇਰੀ ਆ? ਜੁੱਤੀ। ਕੱਪੜੇ ਕਲਾਮ ਉਹਨਾਂ ਲੋਕਾਂ ਲਈ ਆ ਜਿਹੜੇ ਅੱਜ ਨਕਲ ਕਰਦੇ ਨੇ। ਤੇ ਬਾਈਬਲ ਦੇ ਵਿੱਚ ਲਿਖਿਆ ਬਦਰੂਆਂ ਵੀ ਜਾਣਦੀਆਂ ਵਾ ਨਕਲ ਵਾਲੇ ਨੂੰ ਤੇ ਅਸਲ ਵਾਲੇ ਨੂੰ। ਬਦਰੂਆਂ ਵੀ ਜਾਣਦੀਆਂ। ਤੇ ਪਵਿੱਤਰ ਆਤਮਾ ਤੁਹਾਨੂੰ ਨਕਲ ਮਾਰਨ ਵਾਲਾ ਨਹੀਂ ਬਣਾਊਗਾ। ਜਦੋਂ ਮਸਾ ਆਉਂਦਾ ਨਕਲ ਮਾਰਨ ਵਾਲਾ ਨਹੀਂ ਬਣਾਊਗਾ ਵੀ ਜੋ ਪਾਸਟਰ ਇਦਾਂ ਬੋਲਦਾ, ਉਹ ਪਾਸਟਰ ਇਦਾਂ ਕੰਮ ਕਰਦਾ, ਮੈਂ ਵੀ ਉਦਾਂ ਕਰਨਾ, ਮੈਂ ਵੀ ਉਦਾਂ ਹੀ ਚੱਲਣਾ। ਉਹ ਨਹੀਂ, ਪਵਿੱਤਰ ਆਤਮਾ ਜਦੋਂ ਆਊਗਾ, ਜੋ ਉਹਦੇ ਕੋਲੋਂ ਤੇਰੇ ਕੋਲ ਨਹੀਂ, ਤੇਰੇ ਕੋਲ ਜੋ ਆਤਮਾ ਦਊਗਾ ਉਹ ਹੋਊਗਾ ਤੇ ਤੂੰ ਵੱਡੇ ਵੱਡੇ ਕੰਮ ਕਰੂੰਗਾ। ਪਰਮੇਸ਼ਵਰ ਦੇ ਵੱਡੇ ਵੱਡੇ ਮਸੇ ਦੇ ਨਾਲ ਵੱਡੇ ਕੰਮ ਕਰੂੰਗਾ। ਯਿਸੂ ਮਸੀਹ ਦੇ ਨਾਮ ਦੀ ਹਾਲੇਲੂਇਆ। ਜਦੋਂ ਵਚਨ ਸੁਣਨਾ ਨਾ ਕੋਈ ਗੱਲ ਆ ਜਾਂਦੀ ਆ ਤੇ ਦੱਸਣੀ ਜ਼ਰੂਰੀ ਆ ਜਦੋਂ ਆਤਮਾ ਵੱਲੋਂ ਆਉਂਦੀ। ਕਿਉਂਕਿ ਅੱਜ ਕੱਲ ਕਾਹਦਾ ਸਮਾਂ ਚੱਲ ਰਿਹਾ? ਨਕਲ ਦਾ। ਕਾਹਦਾ ਸਮਾਂ? ਲਓ ਜੀ, ਆ ਖੜਾ ਹੋ ਗਿਆ, ਇਹ ਪਾਸਟਰ ਬਣ ਗਿਆ, ਪ੍ਰੋਫਿਟ ਬਣ ਗਿਆ। ਖੜਾ ਹੋ ਜਾ, ਇਹ ਵੀ ਅੱਜ ਆਪਣੇ ਨਾਂ ਦੇ ਮੋਰੇ ਪ੍ਰੋਫਿਟ ਲਈ ਜਾਂਦਾ। ਨਕਲ ਦਾ ਸਮਾਂ। ਖੜਾ ਹੋ ਜਾ ਛੇਤੀ ਛੇਤੀ, ਇਹ ਵੀ ਆਪਣੇ ਨਾਂ ਦੇ ਮੋਰੇ ਅਪੋਸਟਲ ਲਈ ਜਾਂਦਾ। ਖੜਾ ਹੋ ਜਾ ਛੇਤੀ, ਇਹ ਵੀ ਆਪਣੇ ਨਾਂ ਦੇ ਮੋਰੇ ਕੀ ਲਈ ਜਾਂਦਾ? ਅਪੋਸਟਲ ਲਈ ਜਾਂਦਾ। ਮੈਂ ਆਪਣੀ ਗੱਲ ਕਰ ਰਿਹਾ। ਮੰਨ ਲਓ ਮੈਂ ਅੱਜ ਪਾਸਟਰ ਸ਼ਮੌਨ, ਜਾਣਦੇ ਹੋ ਮੈਨੂੰ ਤੁਸੀਂ, ਜਿੱਦਾਂ ਦਾ ਮੈਨੂੰ ਪ੍ਰਭੂ ਨੇ ਮਸਾ ਦਿੱਤਾ, ਜਿੱਦਾਂ ਦਾ ਮੇਰਾ ਸਟਾਈਲ ਹੈ ਬੋਲਣ ਦਾ, ਪ੍ਰਚਾਰ ਕਰਨ ਦਾ, ਇਹ ਹੁਣ ਡਿੱਟੋ ਮੇਰੀ ਕਾਪੀ ਕਰੀ ਜਾਣ। ਪ੍ਰਭੂ ਨੇ ਕਹਿਣਾ ਯਾਰ ਉਹ ਬੰਦੇ ਨੂੰ ਮੈਂ ਜੋ ਦਿੱਤਾ ਤੂੰ ਕਿ ਉਹਦੀ ਕਾਪੀ ਕਰਦਾ ਓਏ? ਤੈਨੂੰ ਜੋ ਦਿੱਤਾ ਤੂੰ ਉਹਦੇ ਨਾਲ ਚੱਲ, ਜੋ ਤੈਨੂੰ ਦਿੱਤਾ ਤੂੰ ਉਹਦੇ ਨਾਲ ਚੱਲ, ਜੋ ਤੇਰੇ ਤੋਂ ਆ ਤੂੰ ਉਹਦੇ ਨਾਲ ਚੱਲ। ਹੁਣ ਇੱਕ ਚੀਜ਼ ਕਿੰਨੀ ਕੁ ਵਾਰੀ ਘਸਾਉਂਗੇ? ਹੁਣ ਮੈਂ ਕਮੀਜ਼ ਪਾਈ, ਮੇਰੀ ਬਣਾਉਣ ਲਾ ਕੇ ਇਹ ਪਾਲਵੇ, ਮੇਰੀ ਬਣਾਉਣ ਲਾ ਕੇ ਆਹ ਪਾਲਵੇ, ਉਹੀ ਉਹ ਪਾਲਵੇ, ਚੱਲੂਗੀ ਬਣਾਉਣ? ਉਹਦਾ ਰੰਗ ਫੇਟੋ ਨਾ ਘਸ ਜਾਣੀ, ਲੋਕਾਂ ਨੂੰ ਵੀ ਪਤਾ ਲੱਗਣਾ ਉਹ ਪਹਿਲਾਂ ਪਾਸਟਰ ਨੇ ਪਾਈ ਸੀ, ਹੁਣ ਕਿਹਨੇ ਪਾਈ ਆ। ਫਿਰ ਇਹ ਤੋਂ ਬਾਅਦ ਨਹੀਂ ਚੱਲਣੀ ਚੀਜ਼। ਅੱਜ ਕੱਲ ਨਕਲ ਦਾ ਸਮਾਂ, ਨਕਲ ਨਹੀਂ ਉਹ ਚੱਲਦੀ। ਪਰ ਸਾਡੇ ਲੋਕੀ ਕੀ ਕਰ ਰਹੇ ਅੱਜ? ਬਹੁਤ ਨਕਲ ਕਰ ਰਹੇ ਆ। ਸਮਝ ਆ ਰਹੀ ਗੱਲ ਦੀ? ਨਕਲ ਨਹੀਂ ਚੱਲਣੀ। ਤੇ ਪੜ੍ਹਾਈ ਵਿੱਚ ਤਾਂ ਨਕਲ ਤੁਸੀਂ ਮਾਰਦੇ ਹੋ, ਪਰ ਪਵਿੱਤਰ ਆਤਮਾ ਦੇ ਕੰਮਾਂ 'ਚ ਬਾਈਬਲ ਦੇ ਅਕੋਰਡਿੰਗ ਨਕਲ, ਤੇ ਜਿਹੜੇ ਨਕਲ ਮਾਰਦੇ ਉਹਨਾਂ ਦੇ ਕੀ ਫਿਰਦੀ ਆ? ਮੈਂ ਨਹੀਂ ਕਹਿਣਾ, ਬਿਲਕੁਲ ਨਹੀਂ ਕਹਿਣਾ ਮੇਰੇ ਭੈਣੋ ਤੇ ਭਰਾਵੋ, ਬਾਈਬਲ ਦੱਸਦੀ ਆ। ਯਿਸੂ ਮਸੀਹ ਨਹੀਂ ਫੇਰਦਾ। ਜਿਹੜੀਆਂ ਮੋਹਰੇ ਭੂਤ ਇੱਲ ਬਲਾਵਾਂ ਉਹੀ ਕੀ ਫੇਰ ਦਿੰਦੀਆਂ ਵਾ? ਜੁੱਤੀ ਫੇਰਦੀਆਂ। ਅੱਜ ਜਣਾ ਖੜਾ ਮੈਂ ਜਾ ਕੇ ਨਕਲ ਕਰਨ ਲੱਗ ਪੈਂਦਾ। ਲਓ ਜੀ ਮੈਂ ਵੀ ਪਾਸਟਰ ਬਣ ਗਿਆ, ਮੇਰੇ ਤੋਂ ਅੱਗ ਦਾ ਮਸਾ ਆ ਗਿਆ, ਮੇਰੇ ਤੋਂ ਰੂਹ ਦੀ ਬਾਰਿਸ਼ ਆ ਗਈ ਆ। ਕਮਾਲ ਦੀ ਗੱਲ ਹੋ ਗਈ ਆ। ਸਾਰਾ ਵੈਦਰ ਹੀ ਤੁਸੀਂ ਲੈ ਲਿਆ, ਮੌਸਮ ਦੀ ਜਾਣਕਾਰੀ ਸਾਰੀ ਤੁਹਾਡੇ ਤੋਂ ਆ। ਕਦੋਂ ਪਰਮੇਸ਼ਰ ਦੇ ਅਸਲੀ ਮਸੇ ਨਾਲ ਕਦੋਂ ਕੰਮ ਕਰੋਗੇ? ਕਿਉਂਕਿ ਪਵਿੱਤਰ ਆਤਮਾ ਤੁਹਾਨੂੰ ਟ੍ਰੇਨਡ ਕਰਦਾ। ਕੀ ਕਰਦਾ ਵਾ? ਸਮਝ ਆ ਰਹੀ ਵਚਨ ਦੀ? ਨਕਲ ਨਹੀਂ ਚੱਲਣੀ, ਇੱਥੇ ਨਹੀਂ ਨਕਲ ਚੱਲਣੀ। ਤੇ ਜਿਹੜੇ ਚਰਚਾਂ ਵਿੱਚ ਨਕਲਾਂ ਚੱਲਦੀਆਂ, ਨਕਲਾਂ ਬੰਦ ਕਰ ਦਿਓ। ਮੈਂ ਤਵਾ ਨਹੀਂ ਲਾ ਰਿਹਾ ਕਿਸੇ ਉੱਤੇ, ਅਸਲੀਅਤ ਦੱਸ ਰਿਹਾ। ਕਿਉਂਕਿ ਉਹ ਨਬੀ ਦੇ ਮੁੰਡੇ ਸੀਗੇ, ਕਿੰਨੇ ਸੀਗੇ? 7। ਕਿੰਨੇ ਮੁੰਡੇ ਸੀਗੇ? 7। ਜਾ ਕੇ ਕਹਿੰਦੇ ਬਦਰੂ ਨੂੰ ਯਿਸੂ ਮਸੀਹ ਦੇ ਨਾਮ 'ਚ ਨਿਕਲ ਜਾ, ਪੈਲੂਸ ਦੇ ਨਾਮ 'ਚ ਨਿਕਲ ਜਾ, ਪਤਰਸ ਦੇ ਨਾਮ 'ਚ ਨਿਕਲ ਜਾ। ਤੇ ਬਦਰੂ ਮੋਰਿਓ ਕੀ ਕਹਿੰਦੀ ਆ? ਪਤਰਸ ਨੂੰ ਜਾਣਦੇ, ਪਲੂਸ ਨੂੰ ਜਾਣਦੇ, ਪ੍ਰਭੂ ਯਿਸੂ ਮਸੀਹ ਨੂੰ ਜਾਣਦੇ ਆ, ਤਾਂ ਤੁਸੀਂ ਕੌਣ ਹੋ? ਮੰਨ ਲਓ ਮੇਰਾ ਕਹਿ ਦੇਵੇ, ਆਪਣੀ ਗੱਲ ਹੀ ਕਰਦਾ ਕਿ ਪਾਸਟਰ ਦਾ ਨਹੀਂ। ਤੁਸੀਂ ਬਦਰੂ ਕੱਢੋ, ਯਿਸੂ ਮਸੀਹ ਦੇ ਨਾਮ 'ਚ ਨਿਕਲ ਜਾ। ਉਹ ਕਵੇ ਯਿਸੂ ਮਸੀਹ ਨੂੰ ਵੀ ਮੈਂ ਜਾਣਦੀ ਆ ਕਾਕਾ, ਪਾਦਰੀ ਸ਼ਮੌਨ ਨੂੰ ਵੀ ਮੈਂ ਜਾਣਦੀ ਆ, ਤੂੰ ਕੌਣ ਆ? ਤੁਸੀਂ ਕਹਣਾ ਮੈਂ ਵੀ ਉਹਨਾਂ ਦੀ ਚਰਚ ਦਾ ਬੰਦਾ, ਮੈਂ ਉਹਨਾਂ ਦੀ ਕਾਪੀ ਕਰਦਾ ਪਿਆ, ਜਿੱਦਾਂ ਉਹ ਬੋਲਦੇ ਆ ਯਿਸੂ ਦੇ ਨਾਮ 'ਚ ਨਿਕਲ ਜਾ। ਉਹਨੇ ਕਹਿਣਾ ਤੇਰੇ ਸੰਗ ਕੱਢਣਾ ਕੋਈ ਫਾਇਦਾ ਨਹੀਂ ਹੋਣਾ, ਤੂੰ ਕਿਉਂ ਕਾਪੀ ਕਰਦਾ? ਤੇ ਦੁਸ਼ਟ ਆਤਮਾ ਨੇ ਕੀ ਕਰਨਾ? ਨੰਗਾ ਕਰਕੇ ਕੀ ਫੇਰਨੀ ਆ? ਕੱਪੜੇ ਵੀ ਪਾੜਨੇ। ਮਤਲਬ ਕਿ ਇਦਾਂ ਦਾ ਹਾਲ ਹੋ ਜਾਂਦਾ ਨਕਲ ਕਰਨ ਵਾਲਿਆਂ ਦਾ, ਕੱਪੜੇ ਲੀੜੇ ਵੀ ਲੱਥ ਜਾਂਦੇ, ਸਭ ਕੁਝ ਵਿਕ ਜਾਂਦਾ ਹੀ। ਉਹ ਮੈਂ ਫਿਰ ਤੋਂ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ, ਕਲਾਮ ਕਹਿ ਰਿਹਾ। ਸੱਚਾਈ ਦੱਸਣ ਲੱਗੇ ਮੈਨੂੰ ਡਰ ਨਹੀਂ ਆਉਂਦਾ, ਪਰ ਸਾਡੇ ਲੋਕੀ ਸੱਚਾਈ ਸੁਣਦੇ ਨਹੀਂ ਆ। ਸੱਚਾਈ ਨੂੰ ਕੀ ਸਮਝਦੇ ਆ? ਆਵਾਜ਼ ਦੇ ਦਿਆ ਕਰੋ, ਸੱਚਾਈ ਨੂੰ ਕੀ ਸਮਝਦੇ ਆ? ਤਵਾ ਸਮਝਦੇ ਆ, ਗੁੱਸਾ ਸਮਝਦੇ ਆ, ਲਾਉਂਦੇ ਜੀ ਉੱਤੇ ਲਾਤਾ, ਇੱਥੇ ਲਾਤਾ। ਯਾਰ ਕਲਾਮ ਕਿਸੇ ਨਾ ਕਿਸੇ ਤੋਂ ਲੱਗਣਾ ਹੀ ਆ। ਹੁਣ ਨਕਲ ਦਾ ਸਮਾਂ ਚੱਲਦਾ ਪਿਆ। ਹੁਣ ਜੋ ਕੰਮ ਪੈਲੂਸ ਕਰ ਸਕਦਾ ਸੀ ਉਹ ਪਤਰਸ ਨਹੀਂ ਕਰ ਸਕਦਾ। ਜੋ ਪਤਰਸ ਕਰ ਸਕਦਾ ਸੀ ਉਹ ਸੰਤ ਪੈਲੂਸ, ਸੰਤ ਪੌਲ ਨਹੀਂ ਸੀ ਕਰ ਸਕਦਾ। ਮੈਂ ਜਿਹੜਾ ਕਲਾਮ ਸੁਣਾ ਰਿਹਾ ਉੱਥੇ ਵੀ ਤੁਹਾਨੂੰ ਲੈ ਕੇ ਆ ਰਿਹਾ, ਪਰ ਮੈਂ ਤੁਹਾਨੂੰ ਦੱਸ ਰਿਹਾ ਜਿਹੜਾ ਨਕਲ ਦਾ ਵਿੱਚ ਕੰਮ ਆ ਗਿਆ ਨਾ, ਨਕਲ ਆ ਗਈ ਆ। ਇਹ ਪ੍ਰਭੂ ਕਹਿੰਦਾ ਮੈਨੂੰ ਦੱਸ, ਮੈਨੂੰ ਆਤਮਾ ਵੱਲੋਂ ਜੋ ਦੱਸਦਾ ਮੈਂ ਤੁਹਾਨੂੰ ਦੱਸ ਰਿਹਾ। ਕਿਉਂਕਿ ਅੱਜ ਦੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਵਾ? ਨਕਲ ਚੱਲਦੀ ਪਈ ਆ। ਕੀ ਚੱਲਦੀ ਪਈ ਆ? ਤੇ ਮੈਂ ਤੁਹਾਨੂੰ ਦੱਸ ਰਿਹਾ ਵਾਂ, ਬਦਰੂਆਂ ਨੇ ਮੋਰੋਂ ਕੀ ਫੇਰਨੀ ਆ? ਹੁਣ ਜੁੱਤੀ ਫੇਰਨਾ ਕਹਿਣਾ ਬਹੁਤ ਹੀ ਖੱਪ ਕਰ ਲਈ ਆ। ਉੱਥੇ ਤੇ ਕੱਢਦੇ, ਤੁਸੀਂ ਵੀ ਇਤੋਂ ਕੱਢਦੇ ਆ। ਹੁਣ ਤੁਹਾਨੂੰ ਅਸੀਂ ਕੱਢਾਂਗੇ ਜਿਹੜੇ ਨਕਲ ਮਾਰਦੇ ਆ। ਜਿਹੜੇ ਓਰੀਜਨਲ ਹੈ ਨਾ, ਜਿਹੜਾ ਓਰੀਜਨਲ ਪੀਸ ਹੁੰਦਾ ਉਹ ਇੱਕ ਹੀ ਹੁੰਦਾ। ਜਿਹੜਾ ਓਰੀਜਨਲ ਪੀਸ ਹੁੰਦਾ ਉਹ ਇੱਕ ਹੀ ਹੁੰਦਾ ਵਾ। ਓਰੀਜਨਲ ਪੀਸ ਕਿੰਨੇ ਹੁੰਦੇ ਆ? ਇੱਕ ਹੀ ਓਰੀਜਨਲ ਪੀਸ ਹੁੰਦਾ।
ਤੇ ਬਦਰੂਆਂ ਨੇ ਕਹਿਣਾ ਸੀ ਉਹਨੂੰ ਤਾਂ ਜਾਣਦੀਆਂ ਤੈਨੂੰ ਨਹੀਂ ਜਾਣਦੀਆਂ, ਕਿਉਂਕਿ ਅੱਜ ਕੱਲ੍ਹ ਨਾ ਬਹੁਤ ਹੀ ਕਾਪੀ ਹੋ ਰਹੀ ਆ। ਅੱਜ ਮਸੇ ਦੀ ਕਾਪੀ ਹੋ ਰਹੀ ਆ, ਅੱਜ ਪਾਸਟਰਾਂ ਦੀ ਕਾਪੀ ਹੋ ਰਹੀ ਆ, ਅੱਜ ਵੱਡੇ ਵੱਡੇ ਪਾਸਟਰਾਂ ਦੀ ਅਸੀਂ ਕਾਪੀ ਕਰੀ ਜਾਂਦੇ ਆ। ਜਿੱਦਾਂ ਉਹ ਪਾਸਟਰ ਬੋਲਦਾ ਉੱਦਾਂ ਹੀ ਮੈਂ ਬੋਲਣਾ, ਜਿੱਦਾਂ ਉਹ ਚਰਚ ਵਿੱਚ ਉੱਦਾਂ ਹੀ ਮੈਂ ਕਰਨਾ, ਜਿੱਦਾਂ ਉਹ ਬਦਰੂਆਂ ਕੱਢਦਾ ਬਿਮਾਰੀਆਂ ਨੂੰ ਡਾਂਟਦਾ ਉੱਦਾਂ ਹੀ ਮੈਂ ਕਰੀ ਜਾਣਾ। ਸੇਮ ਡਿਟੋ ਕਾਪੀ ਹੋ ਗਈ ਆ। ਫਰਕ ਕੀ ਤੇਰੇ ਮਸੇ ਦਾ? ਫਰਕ ਹੀ ਕੋਈ ਨਹੀਂ। ਪ੍ਰਭੂ ਜੀ ਮੈਨੂੰ ਉਹ ਪਾਦਰੀ ਵਾਲਾ ਮਸਾ ਦੇ ਦੇ। ਕਿਉਂ ਮਸਾ ਮੰਗਦੇ ਹੋ? ਕਈ ਲੋਕਾਂ ਨੇ ਮੈਨੂੰ ਕਿਹਾ ਪਾਸਟਰ ਜੀ ਜਿਹੜਾ ਤੁਹਾਡੇ ਤੋਂ ਮਸਾ, ਸਾਨੂੰ ਉਹ ਮਸਾ ਚਾਹੀਦਾ। ਮੈਂ ਕਿਹਾ ਇਦਾਂ ਨਹੀਂ ਮਿਲਣਾ ਮਸਾ, ਕੱਲ ਹੀ ਤੈਨੂੰ ਦੇਵੇ ਪ੍ਰਭੂ। ਪ੍ਰਭੂ ਕਹਿੰਦਾ ਜੋ ਉਹਦੇ ਕੋਲ ਆ ਤੈਨੂੰ ਉਹ ਨਹੀਂ ਦੇਣਾ, ਜੋ ਉਹਦੇ ਕੋਲ ਨਹੀਂ ਆ ਉਹ ਤੈਨੂੰ ਦੇਣਾ ਵਾ। ਹਾਲੇਲੂਇਆ ਹਾਲੇਲੂਇਆ। ਸਮਝ ਆ ਰਹੀ ਗੱਲ ਦੀ ਕਿ ਨਹੀਂ ਆ ਰਹੀ? ਇੱਕੋ ਮਸਾ ਕਿੱਥੇ ਕਿੱਥੇ ਤੁਸੀਂ ਦੇ ਦੂੰਗੇ? ਹੁਣ ਇੱਕੋ ਸ਼ਮੌਣ 4 ਬੰਦੇ ਬਣ ਜਾਣ ਮੇਰੇ ਵਰਗੇ, 4 ਮੈਂ ਹੋ ਜਾਵਾਂ, ਮੈਂ 4 ਬਣ ਜਾਵਾਂ, 4 ਪੀਸ ਹੋ ਜਾਣ ਮੇਰੇ, ਇੱਥੇ ਉੱਥੇ ਉੱਥੇ। ਲੋਕਾਂ ਨੇ ਅੱਕ ਜਾਣਾ, ਉਹਨਾਂ ਕਹਿਣਾ ਯਾਰ ਉੱਥੇ ਵੀ ਇੱਥੇ ਵੀ ਇੱਥੇ ਵੀ ਇੱਥੇ ਵੀ ਸਾਰੇ ਬੰਨੇ ਇਹ ਬਰਿਆ ਦਾ। ਸਮਝਦੇ ਹੋ ਗੱਲ ਨੂੰ? ਅਲੱਗ ਪਰਮੇਸ਼ਰ ਨੂੰ ਇਹ ਕਹੇ ਪ੍ਰਭੂ ਜੀ ਜਿਹੜਾ ਮਸਾ ਕਿਸੇ ਤੋਂ ਨਹੀਂ ਆ ਪੰਜਾਬ ਦੇ ਵਿੱਚ, ਉਹ ਅਨੋਇੰਟਿੰਗ ਮੈਨੂੰ ਦੇ ਦੇ। ਹਾਲੇਲੂਇਆ। ਉਹ ਮਸਾ ਮੈਨੂੰ ਦੇ ਦੇ। ਹਾਲੇਲੂਇਆ। ਤਾਂ ਦੇਖੋ ਤੁਹਾਡੇ ਦੁਆਰਾ ਵੱਡੇ ਵੱਡੇ ਕੰਮ ਹੋਣਗੇ, ਫਿਰ ਤੁਸੀਂ ਨਹੀਂ ਕਿਸੇ ਨੂੰ ਨਕਲ ਕਰੋਗੇ। ਹਾਲੇਲੂਇਆ। ਤੇ ਜਿਹੜੇ ਮੈਨੂੰ ਨਕਲ ਕਰਦੇ ਨੇ, ਮੇਰੀ ਕਾਪੀ ਕਰਦੇ ਨੇ, ਬੇਨਤੀ ਹੈ ਮੇਰੇ ਭਰਾਓ, ਮੇਰੀ ਨਹੀਂ ਕਾਪੀ ਕਰਨੀ, ਮੇਰੀ ਨਕਲ ਨਹੀਂ ਕਰਨੀ। ਯਿਸੂ ਮਸੀਹ ਦੇ ਫਾਲੋਅਰ ਬਣੋ, ਯਿਸੂ ਮਸੀਹ ਦੇ ਪਿੱਛੇ ਚੱਲੋ। ਮੇਰੇ ਨਾਲੋਂ ਵੱਡਾ ਮਸਾ ਤੁਹਾਨੂੰ ਪਰਮੇਸ਼ਵਰ ਦੇਵੇਗਾ। ਆਮੇਨ। ਹਾਲੇਲੂਇਆ। ਬੈਠ ਜਾਓ। ਪਵਿੱਤਰ ਆਤਮਾ ਕੀ ਕਰਦਾ? ਸਾਨੂੰ ਤਿਆਰ ਕਰਦਾ ਵਾ। ਬੱਚੇ ਨੂੰ ਟੀਚਰ ਤਿਆਰ ਕਰਦਾ ਵਾ। ਜਿਹੜੇ ਟੈਸਟ ਹੋਣੇ ਨੇ, ਜਿਹੜੇ ਉਹਦੇ ਪੇਪਰ ਹੋਣੇ ਨੇ, ਉਹਨਾਂ ਪੇਪਰਾਂ ਲਈ ਪ੍ਰਪੇਅਰ ਕੀਤਾ ਜਾਂਦਾ, ਤਿਆਰ ਕੀਤਾ ਜਾਂਦਾ ਵੀ ਜਿਹੜੇ ਇਹਦੇ ਦਸੰਬਰ ਦੇ ਵਿੱਚ, ਸਤੰਬਰ ਦੇ ਵਿੱਚ, ਵੀ ਜਿਹੜੇ ਇਹਦੇ ਮਾਰਚ ਵਿੱਚ ਹੋਣੇ ਟੈਸਟ, ਜਨਵਰੀ ਫਰਵਰੀ ਦੇ ਵਿੱਚ ਜਿਹੜੇ ਪੱਕੇ ਪੇਪਰ ਹੋਣੇ ਨੇ, ਫਾਈਨਲ ਐਗਜ਼ਾਮ ਹੋਣੇ ਨੇ, ਉਹਨਾਂ ਵਾਸਤੇ ਬੱਚੇ ਨੂੰ ਤਿਆਰ ਕੀਤਾ ਜਾਵੇ। ਸਾਰਾ ਸਾਲ ਫੀਸਾਂ ਇਸ ਲਈ ਲਈਆਂ ਜਾਂਦੀਆਂ ਵੀ ਬੱਚਾ ਨੈਕਸਟ ਕਲਾਸ ਵਿੱਚ, ਅੱਜ 6ਵੀਂ 'ਚ, ਕੱਲ੍ਹ ਨੂੰ 7ਵੀਂ 'ਚ ਹੋਣਾ ਵਾ, ਪਰ ਜੇ ਪੇਪਰਾਂ 'ਚ ਪੜੂਗਾ ਹੀ ਨਹੀਂ, ਟੀਚਰ ਨੇ ਸਿਰਫ ਤਿਆਰ ਕਰਨਾ। ਨਕਲ ਉੱਚੀ ਆਵਾਜ਼ ਨਾਲ ਬੋਲਦੇ ਹੋ। ਟੀਚਰ ਨੇ ਨਕਲ ਨਹੀਂ ਮਰਵਾਉਣੀ, ਨਕਲ ਨਹੀਂ ਮਰਵਾਉਣੀ। ਟੀਚਰ ਨੇ ਤਿਆਰ ਕਰਨਾ ਬੱਚੇ ਨੂੰ। ਤੇ ਪਵਿੱਤਰ ਆਤਮਾ ਨੇ ਸਾਨੂੰ ਕੀ ਕਰਨਾ ਵਾ? ਤਿਆਰ ਕਰਨਾ ਵੀ ਸਾਡਾ ਟੈਸਟ ਹੋਣਾ ਵਾ। ਕੋਈ ਵਿਸ਼ਵਾਸੀ ਇਦਾਂ ਦਾ ਨਹੀਂ ਆ, ਬਾਈਬਲ ਦੇ ਵਿੱਚ ਕੋਈ ਵਿਸ਼ਵਾਸੀ ਇਦਾਂ ਦਾ ਨਹੀਂ ਆ ਜਿਹਦਾ ਟੈਸਟ ਨਾ ਹੋਇਆ ਹੋਵੇ। ਆਦਮ ਤੋਂ ਲੈ ਕੇ ਅਬਰਾਹਮ ਤੱਕ, ਅਬਰਾਹਮ ਤੋਂ ਲੈ ਕੇ ਯਿਸੂ ਮਸੀਹ ਤੱਕ ਸਾਰਿਆਂ ਦੇ ਕੀ ਹੋਇਆ? ਟੈਸਟ। ਪਰ ਪਵਿੱਤਰ ਆਤਮਾ ਨੇ ਕੀ ਕੀਤਾ? ਉਹਨਾਂ ਨੂੰ ਤਿਆਰ ਕੀਤਾ। ਕਿਉਂਕਿ ਇੱਥੇ ਕੀ ਲਿਖਿਆ? ਆਤਮਾ ਦੀ ਅਗਵਾਈ ਨਾਲ ਯਿਸੂ ਮਸੀਹ ਗਿਆ। ਆਤਮਾ ਦੀ ਅਗਵਾਈ ਨਾਲ ਗਿਆ ਵੀ ਉਹਦਾ ਟੈਸਟ ਕੀਤਾ ਜਾਵੇ। ਯਿਸੂ ਮਸੀਹ ਦਾ ਟੈਸਟ ਹੋਵੇ। ਜੋ ਆਤਮਾ ਨੇ ਸਿਖਾਇਆ ਉਹਦਾ ਹੁਣ ਟੈਸਟ ਹੋਣਾ ਵਾ। ਤੇ ਟੈਸਟ ਵਿੱਚੋਂ ਯਿਸੂ ਮਸੀਹ ਕੀ ਹੋ ਗਿਆ? ਪਾਸ। ਤੇ ਸਾਡੇ ਬਹੁਤੇ ਮਸੀਹ ਟੈਸਟ ਵਿੱਚੋਂ ਕੀ ਹੋ ਜਾਂਦੇ ਆ? ਫੇਲ। ਕਿਉਂ? ਜਦੋਂ ਸਿਖਾਇਆ ਜਾਂਦਾ ਉਦੋਂ ਸਿੱਖਦੇ ਨਹੀਂ, ਜਦੋਂ ਸਿਖਾਇਆ ਜਾਂਦਾ ਉਦੋਂ ਸਿੱਖਦੇ ਨਹੀਂ। ਉਦੋਂ ਕੀ ਕਰਦੇ ਆ ਅਸੀਂ? ਸੁੱਤੇ ਰਹਿੰਦੇ ਆ। ਨਹੀਂ 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 ਨਹੀਂ, ਜਦੋਂ ਸਿਖਾਉਂਦੇ ਆ ਉਦੋਂ ਕੀ ਕਰਦੇ ਆ ਅਸੀਂ? ਗੁੱਸਾ ਕਰਦੇ ਆ। ਕੀ ਕਰਦੇ ਆ ਅਸੀਂ? ਗੁੱਸਾ ਕਰਦੇ। ਜਦੋਂ ਬੱਚੇ ਨੂੰ ਕਲਾਸ ਵਿੱਚ ਡਾਂਟਿਆ ਜਾਂਦਾ, 2 ਪੈਂਦੀਆਂ ਗਿੱਚੀ ਵਿੱਚ, ਬੱਚਾ ਕਹਿੰਦਾ ਮੈਂ ਨਹੀਂ ਮੰਮੀ ਸਕੂਲੇ ਨਾ, ਮੈਨੂੰ ਮੈਡਮ ਨੇ ਮਾਰਿਆ, ਮੈਨੂੰ ਮਾਸਟਰ ਨੇ ਮਾਰਿਆ, ਮੈਂ ਨਹੀਂ ਪੜ੍ਹਨਾ। ਮਾਸਟਰ ਨੂੰ ਹੂੰ ਕਰਕੇ ਦੌੜਾਉਂਦੇ ਆ। ਬੱਚਾ ਪੜੂਗਾ? ਫਿਰ ਕਦੀ ਵੀ ਨਹੀਂ ਪੜੂਗਾ। ਜਦੋਂ ਸਿਖਾਉਣ ਦਾ ਸਮਾਂ ਸੀ ਉਦੋਂ ਸਿੱਖਿਆ ਨਹੀਂ, ਫਿਰ ਟੈਸਟ ਕਿੱਥੋਂ ਪਾਸ ਕਰ ਲੂੰਗੇ? ਫਿਰ ਜਦੋਂ ਬਿਮਾਰੀ ਹੋਣੀ ਹੈ, ਪਰੇਸ਼ਾਨੀ ਹੋਣੀ ਹੈ, ਪਰਤਾਵਾ ਹੋਣਾ, ਫੇਲ ਹੋ ਜਾਣਾ। ਕੀ ਹੋ ਜਾਵਾਂਗੇ ਅਸੀਂ? ਫੇਲ। ਪਰ ਜੇ ਟੈਸਟ ਵਿੱਚ ਤੁਸੀਂ ਜਦੋਂ ਲਰਨ ਕਰਦੇ ਹੋ, ਜਦੋਂ ਪਵਿੱਤਰ ਆਤਮਾ ਸਿਖਾਉਂਦਾ, ਉਹਦੇ ਸਿਖਾਉਣ ਦੇ ਮੁਤਾਬਕ ਚੱਲੋਗੇ, ਤੁਸੀਂ ਆਪਣੀ ਪ੍ਰੀਖਿਆ ਚੋਂ ਪਾਸ ਹੋ ਜਾਓਗੇ। ਯਿਸੂ ਕੇ ਸਮਰਥੇ ਨਾਮ में ਆਮੇਨ। ਹਾਲੇਲੂਇਆ। ਹਾਲੇਲੂਇਆ। ਸਿੰਪਲ ਵਚਨ ਦੱਸ ਰਿਹਾ, ਸਮਝ ਆ ਰਹੀ ਹੈ? ਹੁਣ ਤਾਂ ਹੌਲੀ ਬੋਲਦਾ, ਸਮਝ ਆ ਰਹੀ ਆ? ਪਵਿੱਤਰ ਆਤਮਾ ਕੀ ਕਰਦਾ ਵਾ? ਤੁਹਾਨੂੰ ਤਿਆਰ ਕਰਦਾ ਟੈਸਟ ਵਾਸਤੇ। ਕਿਉਂਕਿ ਹਰੇਕ ਵਿਸ਼ਵਾਸੀ ਪਰਖਿਆ ਜਾਂਦਾ, ਹਰੇਕ ਵਿਸ਼ਵਾਸੀ ਪਰਖਿਆ ਜਾਂਦਾ, ਉਹਦੀ ਪ੍ਰੀਖਿਆ ਹੁੰਦੀ ਆ। ਤੇ ਪਵਿੱਤਰ ਆਤਮਾ ਕਿਉਂ ਸਾਨੂੰ ਮਿਲਦਾ? ਸਾਨੂੰ ਤਿਆਰ ਕਰਨ ਵਾਸਤੇ, ਸਾਡੀ ਅਗਵਾਈ ਕਰਦਾ। ਕੀ ਕਰਦਾ? ਸਾਡੀ ਅਗਵਾਈ। ਜਿਸ ਤਰ੍ਹਾਂ ਬੱਚੇ ਨੂੰ ਸਿਖਾਇਆ ਜਾਂਦਾ, ਸਕੂਲ ਦੇ ਵਿੱਚ ਪੜਾਇਆ ਜਾਂਦਾ ਵੀ ਤੇਰੇ ਕਾਕਾ ਪੇਪਰ ਹੋਣੇ ਆ, ਇਹ ਤੈਨੂੰ ਟੈਸਟ ਆ ਸਕਦਾ ਵਾ, ਤੈਨੂੰ ਪੇਪਰ ਦੇ ਵਿੱਚ ਇਹ ਗੱਲ ਆ ਸਕਦੀ, ਇਹ ਐਸੇ ਆ ਸਕਦਾ, ਇਹ ਸਵਾਲ ਆ ਸਕਦਾ ਵਾ, ਇਹ ਤੈਨੂੰ ਪ੍ਰਸ਼ਨ ਆ ਸਕਦਾ ਵਾ, ਇਸ ਲਈ ਇਹਨੂੰ ਰੀਡ ਕਰ, ਇਹਨੂੰ ਪੜ੍ਹ। ਪਰ ਬੱਚਾ ਸਮਝਦਾ ਨਹੀਂ, ਪੜ੍ਹਦਾ ਨਹੀਂ, ਮੁੜ ਕੇ ਫੇਲ ਹੋ ਜਾਂਦਾ। ਮੁੜ ਕੇ ਕੀ ਹੋ ਜਾਂਦਾ ਵਾ? ਫੇਲ ਹੋ ਜਾਂਦਾ। ਤਾਂ ਇਦਾਂ ਸਾਡੇ ਮਸੀਹੀ ਆ, ਜਦੋਂ ਪਵਿੱਤਰ ਆਤਮਾ ਸਿਖਾਉਂਦਾ, ਜਦੋਂ ਰੱਬ ਦੇ ਦਾਸ ਸਿਖਾਉਂਦੇ ਆ, ਟੈਸਟ ਵਾਸਤੇ ਤਿਆਰ ਕਰਦੇ ਆ, ਅਸੀਂ ਸਿੱਖਣਾ ਨਹੀਂ ਚਾਹੁੰਦੇ, ਸਾਨੂੰ ਅਲਰਜੀ ਹੁੰਦੀ ਆ, ਅਸੀਂ ਸਿੱਖਦੇ ਨਹੀਂ। ਉਦੋਂ ਜਦੋਂ ਸਿਖਾਉਂਦੇ ਆ ਅਸੀਂ ਸਮਝਦੇ ਸਾਨੂੰ ਲੋੜ ਨਹੀਂ, ਸਾਨੂੰ ਆਉਂਦਾ ਵਾ, ਸਾਨੂੰ ਆਉਂਦਾ ਹੀ ਆ। ਸਾਨੂੰ ਨਾ ਸਿਖਾਓ, ਸਾਨੂੰ ਪਹਿਲਾਂ ਹੀ ਪਤਾ ਜੀ ਇਹ ਵਚਨ। ਪਰ ਟੈਸਟ ਵਿੱਚੋਂ ਕੀ ਹੋ ਜਾਂਦੇ ਆ? ਫੇਲ ਹੋ ਜਾਂਦੇ ਆ। ਕਈ ਤਾਂ ਪਾਕਟ ਰੱਖਦੇ ਆ, ਪਾਕਟ ਪਤਾ ਨਹੀਂ ਨਕਲ ਮਾਰਨ ਵਾਲੀ ਹੁੰਦੀ, ਕਿਤਾਬਾਂ ਮਿਲਦੀਆਂ ਹੁੰਦੀਆਂ ਛੋਟੀਆਂ ਛੋਟੀਆਂ 10ਵੀਂ ਦੇ ਵਿੱਚ, ਉਹ ਰੱਖਦੇ ਆ, ਪਰ ਉਹ ਕੰਮ ਨਹੀਂ ਆਉਂਦੀ। ਜਿਹੜੀ ਤੁਸੀਂ ਪਾਕਟ ਲਈ ਹੁੰਦੀ, ਕਈ ਉਹਦੇ ਵਿੱਚ ਆਉਂਦਾ ਹੀ ਕੁਛ ਨਹੀਂ, ਫੇਲ ਹੋ ਜਾਂਦੇ ਆ।
ਪਵਿੱਤਰ ਆਤਮਾ ਨੇ ਸਾਡੀ ਅਗਵਾਈ ਕਰਨੀ ਹੈ, ਇਸ ਲਈ ਆਤਮਾ ਜ਼ਰੂਰੀ ਆ। ਜਦੋਂ ਤੁਸੀਂ ਪਰਤਾਵੇ ਵਿੱਚ ਜਾਓਗੇ ਤੁਹਾਨੂੰ ਲੜਨਾ ਸਿਖਾਊਗਾ, ਸ਼ੈਤਾਨ ਨਾਲ ਲੜਨਾ ਕਿੱਦਾਂ, ਤੁਹਾਨੂੰ ਵਚਨ ਸਿਖਾਊਗਾ ਸ਼ੈਤਾਨ ਨੂੰ ਵਚਨ ਕਿੱਦਾਂ ਸੁਣਾਉਣਾ। ਆਤਮਾ ਨੇ ਯਿਸੂ ਮਸੀਹ ਨੂੰ ਟੈਸਟ ਵਿੱਚ ਪਾਇਆ ਤਾਂ ਜਦੋਂ ਸ਼ੈਤਾਨ ਆਇਆ, ਸ਼ੈਤਾਨ ਨੇ ਆ ਕੇ ਕਿਹਾ ਪੱਥਰਾਂ ਨੂੰ ਕਹਿ ਕੀ ਬਣ ਜਾਵੇ, ਰੋਟੀ। ਤੇ ਯਿਸੂ ਮਸੀਹ ਨੂੰ ਹੁਣ ਪਵਿੱਤਰ ਆਤਮਾ ਨੇ ਜੋ ਸਿਖਾਇਆ ਹੋਇਆ ਸੀਗਾ ਉਹ ਕੀ ਬੋਲ ਰਿਹਾ ਸੀ ਯਿਸੂ ਮਸੀਹ। ਸ਼ੈਤਾਨ ਨੇ ਪ੍ਰਸ਼ਨ ਕੀਤਾ ਪੱਥਰਾਂ ਨੂੰ ਕਹਿ ਕੀ ਬਣ ਜਾਵੇ, ਰੋਟੀ ਬਣ ਜਾਣ, ਰੋਟੀ। ਬਣ ਜਾਣ। ਤੇ ਯਿਸੂ ਮਸੀਹ ਨੂੰ ਸਵਾਲ ਦਾ ਕੀ ਦੇਣਾ ਵਾ, ਜਵਾਬ। ਕੀ ਜਵਾਬ ਦਿੱਤਾ? ਇਨਸਾਨ ਦੀ ਰੋਟੀ ਨਾਲ ਜਿੰਦਾ ਨਹੀਂ ਰਹੇਗਾ, ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ਰ ਦੇ ਮੁਖੋਂ ਨਿਕਲਦਾ ਹੈ। ਹਾਲੇਲੂਇਆ, ਹਾਲੇਲੂਇਆ। ਜੋ ਪਵਿੱਤਰ ਆਤਮਾ ਨੇ ਸਿਖਾਇਆ ਸੀ ਉਹ ਬੋਲਿਆ ਜਾਂ ਨਹੀਂ ਬੋਲਿਆ? ਫਿਰ ਤੀਸਰਾ ਸਵਾਲ ਕੀਤਾ ਸ਼ੈਤਾਨ ਨੇ, ਆਪਣੇ ਆਪ ਨੂੰ ਬਿਲਡਿੰਗ ਦੇ ਉੱਤੋਂ ਥੱਲੇ ਸੁੱਟ ਲੈ, ਕਿਉਂਕਿ ਵਚਨ ਵਿੱਚ ਲਿਖਿਆ ਸ਼ੈਤਾਨ ਤੈਨੂੰ ਹੱਥਾਂ ਉੱਤੇ ਚੁੱਕ ਲੈਣ ਤੇਰੇ ਪੈਰਾਂ ਨੂੰ ਸੱਟ ਨਾ ਲੱਗੇ। ਇਹ ਸਵਾਲ ਆ ਗਿਆ ਜੀ ਦੂਸਰਾ 100 ਨੰਬਰ ਦਾ। ਕਿੰਨੇ ਨੰਬਰ ਦਾ? ਨੇ ਆ ਕੇ ਕਿਹਾ ਮੈਨੂੰ ਮੱਥਾ ਟੇਕ ਦੇ। ਮੈਨੂੰ ਕੀ ਟੇਕ ਦੇ? ਮੱਥਾ। ਮੈਨੂੰ ਸਜਦਾ ਕਰ ਦੇ, ਧਰਤੀ ਦੀਆਂ ਧਨ ਦੌਲਤਾਂ, ਸ਼ੌਹਰਤਾਂ, ਪੈਸੇ, ਗੱਡੀਆਂ, ਆਰਾਮ, ਕੋਠੀਆਂ, ਬੰਗਲੇ, ਬੁੱਢੀਆਂ, ਸ਼ੌਹਰਤਾਂ, ਸਭ ਕੁਝ ਹੀ ਤੈਨੂੰ ਦੇ ਦੂੰਗਾ। ਪ੍ਰੈਕਟੀਕਲ ਆ ਗਿਆ ਕਿ ਨਹੀਂ? ਪ੍ਰੈਕਟੀਕਲ ਕੀ ਸੀਗਾ? ਮੱਥਾ ਟੇਕਣਾ। ਤੇ ਹੁਣ ਯਿਸੂ ਮਸੀਹ ਨੇ 150 ਨੰਬਰ ਦਾ ਜਿਹੜਾ ਪ੍ਰਸ਼ਨ ਸੀ ਉਹਦਾ ਜਵਾਬ ਕੀ ਦਿੱਤਾ? ਸਿਰਫ ਆਪਣੇ ਪ੍ਰਭੂ ਪਰਮੇਸ਼ਰ ਦੇ ਅੱਗੇ ਮੱਥਾ ਟੇਕ ਤੇ ਉਹਦੀ ਉਪਾਸਨਾ ਕਰ। ਹਾਲੇਲੂਇਆ, ਹਾਲੇਲੂਇਆ। ਇਹਦੇ ਚੋਂ ਯਿਸੂ ਮਸੀਹ ਕੀ ਹੋ ਗਿਆ? ਪਾਸ। ਤੇ ਸ਼ੈਤਾਨ ਕੀ ਹੋ ਗਿਆ? ਤੇ ਬਾਈਬਲ 'ਚ ਲਿਖਿਆ ਸ਼ੈਤਾਨ ਨੂੰ ਯਿਸੂ ਮਸੀਹ ਨੇ ਕਿਹਾ ਵੀ ਮੈਨੂੰ ਛੱਡ ਕੇ ਚਲਾ ਜਾ, ਤੇ ਸ਼ੈਤਾਨ ਉਸੇ ਸਮੇਂ ਛੱਡ ਕੇ ਚਲਾ ਗਿਆ। ਸਵਰਗ ਦੇ ਵਿੱਚੋਂ ਕੀ ਉਤਰ ਆਏ? ਦੂਤ। ਉਹਦੀ ਆ ਕੇ ਟਹਿਲ ਸੇਵਾ ਕਰਨ ਲੱਗ ਪਏ। ਹਾਲੇਲੂਇਆ, ਹਾਲੇਲੂਇਆ। ਜਦੋਂ ਪਰਤਾਵਾ ਆਊਗਾ ਤੁਸੀਂ ਤਦੇ ਹੀ ਪਾਸ ਹੋਵੋਗੇ ਜੋ ਤੁਹਾਨੂੰ ਆਤਮਾ ਨੇ ਕੀ ਕੀਤਾ ਹੋਊਗਾ। ਤੇ ਜੇ ਆਤਮਾ ਹੀ ਤੁਹਾਡੇ ਕੋਲ ਨਹੀਂ, ਤੁਸੀਂ ਟੈਸਟ ਵਿੱਚੋਂ ਪਾਸ ਨਹੀਂ ਹੋ ਸਕਦੇ। ਸਮਝ ਆ ਰਹੀ ਵਚਨ ਦੀ ਕਿ ਨਹੀਂ ਆ ਰਹੀ? ਮੰਨ ਲਓ ਬੱਚਾ ਪੜ੍ਹਿਆ ਹੀ ਨਹੀਂ ਹੋਊਗਾ, ਪੇਪਰਾਂ ਵਿੱਚ ਕੁਝ ਕਰੂਗਾ, ਤੇ ਜੇ ਬੱਚੇ ਨੇ ਪੜ੍ਹਿਆ ਹੋਊਗਾ ਪੇਪਰਾਂ ਵਿੱਚ ਕੀ ਕਰੂਗਾ? ਬੋਲ ਦਿਓ, ਸਭ ਕੁਝ ਕਰੂਗਾ, ਪਾਸ ਹੋ ਜਾਊਗਾ। ਤੇ ਜੇ ਤੁਸੀਂ ਵੀ ਬੈਠ ਜਾਓ, ਜੇ ਤੁਸੀਂ ਵੀ ਆਤਮਾ ਪਾਇਆ ਹੀ ਨਹੀਂ, ਆਤਮਾ ਦੀ ਅਗਵਾਈ ਦੁਆਰਾ ਚੱਲੂਗੇ ਨਹੀਂ, ਪ੍ਰੀਖਿਆ ਚੋਂ ਪਾਸ ਨਹੀਂ ਹੋ ਸਕਦੇ। ਯਿਸੂ ਮਸੀਹ ਟੈਸਟ ਚੋਂ ਪਾਸ ਹੋਇਆ, ਆਤਮਾ ਦੀ ਅਗਵਾਈ ਨਾਲ ਗਿਆ। ਕਿਉਂਕਿ ਜਦੋਂ ਆਤਮਾ ਆਊਗਾ ਚਮਤਕਾਰ ਤਾਂ ਹੋਣਾ ਹੀ ਉਹਦੇ ਦੁਆਰਾ, ਗੈਰ ਭਾਸ਼ਾ ਵੀ ਬੋਲੂਗੇ, ਹੋਰ ਵੀ ਤੁਹਾਡੇ ਜ਼ਿੰਦਗੀ ਵਿੱਚ ਕੰਮ ਹੋਣਗੇ ਆਤਮਾ ਦੇ ਦੁਆਰਾ, ਪਰ ਪਰਤਾਵਾ ਵੀ ਆਊਗਾ। ਕੀ ਆਊਗਾ? ਪਰਤਾਵਾ ਪਹਿਲਾਂ ਆਉਣਾ ਵਾ। ਯਿਸੂ ਮਸੀਹ ਦੀ ਮਿਨਿਸਟਰੀ ਸ਼ੁਰੂ ਹੋਣ ਤੋਂ ਪਹਿਲਾਂ ਕੀ ਆਇਆ? ਪਰਤਾਵਾ ਆਇਆ। ਪਰਤਾਵਾ ਆਉਣਾ ਹੀ ਆਉਣਾ ਵਾ। ਹੁਣ ਪਰਤਾਵੇ ਬਾਰੇ ਮੈਂ ਦੱਸਾਂ, ਅਯੂਬ ਦੀ ਜ਼ਿੰਦਗੀ 'ਚ ਪਰਤਾਵਾ ਆਇਆ, ਅਬਰਾਹਮ ਦੀ ਜ਼ਿੰਦਗੀ 'ਚ ਪਰਤਾਵਾ ਆਇਆ, ਹੋਰ ਕਈ ਵੱਡੇ ਨੇ ਇੱਦਾਂ ਦੇ ਰੱਬ ਦੇ ਦਾਸ ਦਾਊਦ ਆ, ਸਾਰਿਆਂ ਦੀ ਜ਼ਿੰਦਗੀ 'ਚ ਪਰਤਾਵਾ ਆਇਆ। ਪਰਤਾਵਾ ਆਉਣਾ ਹੀ ਹੋਣਾ ਸਾਡੀ ਲਾਈਫ ਦੇ ਵਿੱਚ, ਸਾਡਾ ਈਮਾਨ ਪਰਖਣ ਲਈ। ਸਾਡਾ ਕੀ ਪਰਖਣ ਲਈ? ਈਮਾਨ, ਵਿਸ਼ਵਾਸ ਪਰਖਣ ਲਈ, ਈਮਾਨ ਪਰਖਣ ਲਈ, ਨਿਹਚਾ ਪਰਖਣ ਲਈ, ਬਲੀਵ। ਜਿਹੜੇ ਬਲੀਵਰ ਉਹਨਾਂ ਦਾ ਫੇਥ ਪਰਖਿਆ ਜਾਣਾ ਵੀ ਕਿਤੇ ਡਾਵਾਂ ਡੋਲ ਤਾਂ ਨਹੀਂ ਹੁੰਦੇ। ਪੜੋ ਮੇਰੇ ਨਾਲ ਯਾਕੂਬ ਦੀ ਪੱਤਰੀ ਪਹਿਲਾ ਭਾਗ, ਉਹਦੀ 2 ਆਇਤੋਂ। ਥੈਂਕ ਯੂ ਜੀਸਸ। ਹੈ ਮੇਰੇ ਭਰਾਵੋ, ਜਾਂ ਤੁਸੀਂ ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹਨੂੰ ਪੂਰਨ ਆਨੰਦ ਦੀ ਗੱਲ ਜਾਣੋ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦਾ ਵਚਨ ਕਹਿੰਦਾ ਜਦੋਂ ਤੁਹਾਡੇ ਉੱਤੇ ਪਰਤਾਵਾ ਆ ਜਾਵੇ ਤਾਂ ਕੀ ਹੋਣਾ ਵਾ? ਆਨੰਦ ਹੋਣਾ, ਪੂਰਨ। ਮੈਂ ਥੋੜਾ ਨਹੀਂ, ਪੂਰਨ ਦਾ ਮਤਲਬ ਹੁੰਦਾ ਪੂਰਾ। ਪੂਰਨ ਦਾ ਮਤਲਬ ਇਹ ਜਿਹੜਾ ਨਾਮ ਪੂਰਨ ਹੈ ਨਾ, ਉਹਦਾ ਮਤਲਬ ਹੁੰਦਾ ਪੂਰਾ ਕੀਤਾ ਹੋਇਆ, ਪੂਰਾ ਹੋਇਆ ਵਾ, ਅੱਧਾ ਨਹੀਂ, ਅਧੂਰਾ ਨਹੀਂ, ਪੂਰਨ ਕੰਮ ਕੀਤਾ, ਮਤਲਬ ਪੂਰਾ ਆਨੰਦ ਹੋਣਾ ਵਾ ਜਦੋਂ ਪਰਤਾਵਾ ਆਉਣਾ। ਪਰ ਸਾਡੇ ਲੋਕਾਂ ਦਾ ਜਦੋਂ ਪਰਤਾਵਾ ਆਉਂਦਾ ਉਦੋਂ ਰੋਂਦੇ ਆ। ਉਦੋਂ ਕੀ ਕਰਦੇ ਆ? ਉਹ ਰੋਂਦੇ ਆ, ਕਿਉਂਕਿ ਟੈਸਟ ਵਿੱਚ ਜੋ ਸਿਖਾਇਆ ਸੀ ਉਹ ਸਿੱਖਿਆ ਨਹੀਂ। ਹੁਣ ਨਕਲ ਮੱਜਦੀ ਨਹੀਂ ਆ, ਹੁਣ ਪਤਾ ਨਹੀਂ ਇੱਥੇ ਕੀ ਕਹਿਣਾ ਸ਼ੈਤਾਨ ਨੂੰ। ਹੁਣ ਸ਼ੈਤਾਨ ਜਦੋਂ ਸਵਾਲ ਕਰਦਾ ਤਾਂ ਉਤੋਂ ਜੁੱਤੀ ਫੇਰਦਾ, ਠਾ ਦੇਣੀ ਕਰਕੇ, ਇੱਥੇ ਵੱਜੀ। ਤੇ ਹੁਣ ਦੇਖਦੇ ਹੋ, ਹਾਏ ਕਿੱਧਰ ਦੇਖਾ, ਕਿਹੜੇ ਵਿਸ਼ਵਾਸੀ ਤੋਂ ਮੰਗਾ ਪਰਚੀ ਦੇ ਦੇ, ਉਹ ਥੋੜੀ ਜਿਹੀ ਦਵਾ ਦੇ ਦੇ, ਥੋੜਾ ਜਿਹਾ ਕਲਾਮ ਦੇ ਦੇ, ਕਿਉਂਕਿ ਤੂੰ ਉਦੋਂ ਨਕਲ ਮਾਰਨੀ ਨਹੀਂ, ਉਦੋਂ ਸਿੱਖਿਆ ਨਹੀਂ, ਹੁਣ ਤੂੰ ਨਕਲ ਮਾਰਨੀ ਚਾਹੁੰਦਾ। ਜਦੋਂ ਪਰਤਾਵਾ ਆਉਂਦਾ ਤਾਂ ਕੀ ਕਰਨੀ ਆ? ਪੂਰਨ ਆਨੰਦ ਦੀ ਗੱਲ। ਜਿਨ੍ਹਾਂ ਦੇ ਪੇਪਰਾਂ ਦਾ ਚਾਅ ਉਹਨਾਂ ਨੂੰ ਚੜ੍ਹਦਾ ਹੁੰਦਾ, ਜਿਹੜੇ ਪੜ੍ਹੇ ਹੁੰਦੇ ਆ। ਮੈਂ ਪੜ੍ਹਿਆ, ਮੈਨੂੰ ਪਰਵਾਹ ਨਹੀਂ, ਆਉਂਦੇ ਉਹ ਪੇਪਰ ਜਿਹੜਾ ਹੁੰਦਾ A ਆ ਜਾਵੇ, B ਆ ਜਾਵੇ, C ਆ ਜਾਵੇ, D ਆ ਜਾਵੇ। ਨਹੀਂ ਤਾਂ ਜ਼ਿਆਦਾਤਰ ਨਿਆਣੇ ਦਵਾ ਕਰਦੇ ਮੈਨੂੰ C ਆਵੇ। C ਬੜਾ ਸੌਖਾ ਹੁੰਦਾ 10ਵੀਂ ਦੇ ਵਿੱਚ। C ਆ ਜਾਵੇ, C ਗ੍ਰੇਡ ਆ ਜਾਵੇ। C ਜਿਹੜਾ ਸੌਖਾ ਪੇਪਰ ਹੁੰਦਾ, A ਵਾਲਾ ਬੜਾ ਔਖਾ ਹੁੰਦਾ ਈ ਉਹ। ਪਰ ਇਹਨਾਂ ਨਹੀਂ ਪਤਾ A ਵਾਲਾ A ਗ੍ਰੇਡ ਹੁੰਦਾ ਈ ਉਹ। ਹਾਲੇਲੂਇਆ, ਹਾਲੇਲੂਇਆ। ਤਾਂ ਪਰਮੇਸ਼ਰ ਨੇ ਤੁਹਾਨੂੰ C ਵਾਲੇ ਨਹੀਂ A ਵਾਲੇ ਬਣਾਉਣਾ ਹੀ ਹੋ। ਹਾਲੇਲੂਇਆ, ਹਾਲੇਲੂਇਆ। ਕਿਹੜੇ ਵਿਸ਼ਵਾਸੀ ਬਣਾਉਣਾ? A ਗ੍ਰੇਡ ਵਾਲੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਸ ਲਈ ਮੇਰੇ ਭੈਣੋ, ਤੁਸੀਂ ਪੂਰਨ ਆਨੰਦ ਦੀ ਗੱਲ ਜਾਣੋਗੇ ਕਦੋਂ? ਜਦੋਂ ਆਤਮਾ ਹੋਊਗਾ, ਪਤਾ ਵੀ ਹਾਂ ਵੀ ਟੈਸਟ ਆ ਗਿਆ, ਨੋ ਪ੍ਰੋਬਲਮ ਪ੍ਰਭੂ ਜੀ, ਮੈਂ ਤਿਆਰ ਹਾਂ ਟੈਸਟ ਲਈ। ਮੈਂ ਪ੍ਰਭੂ ਜੀ ਤਿਆਰ ਹਾਂ, ਕਿਉਂਕਿ ਤੇਰਾ ਆਤਮਾ ਮੇਰੇ ਕੋਲ ਹੈ, ਤੇਰਾ ਵਚਨ ਮੇਰੇ ਕੋਲ ਹੈ, ਤੇਰਾ ਮਸਾ ਮੇਰੇ ਕੋਲ ਹੈ। ਇਹ ਸ਼ੈਤਾਨ ਮੈਨੂੰ ਹਰਾ ਨਹੀਂ ਸਕਦਾ ਪਰਤਾਵੇ ਤੋਂ।
ਪੁੱਛੇ ਜਿਹੜਾ ਸਵਾਲ ਪੁੱਛਣਾ ਸ਼ੈਤਾਨ ਨੇ ਪ੍ਰਭੂ ਜੀ ਪਰਖ ਲਵੇ, ਜਿੱਦਾਂ ਪਰਖਣਾ ਬਿਮਾਰੀ ਨਾ ਪਰਖ ਲੈ, ਪੈਸੇ ਨਾ ਪਰਖ ਲੈ, ਧਨ ਦੌਲਤ ਸ਼ੋਹਰਤ, ਜਿਸ ਤਰੀਕੇ ਨਾਲ ਪਰਖਣਾ ਪਰਖ ਲਵੇ। ਮੈਂ ਤਿਆਰ ਹਾਂ ਪ੍ਰਭੂ ਜੀ। ਕਿਉਂ? ਕਿਉਂਕਿ ਤੇਰਾ ਆਤਮਾ ਮੇਰੇ ਨਾਲ ਹੈ। ਹਾਲੇਲੂਇਆ, ਹਾਲੇਲੂਇਆ। ਕਦੀ ਵੀ ਨਹੀਂ ਤੁਸੀਂ ਹਾਰ ਸਕਦੇ। ਪੜੋ ਪਤਰਸ ਜੀ। ਕਿਉਂ ਜੇ ਤੁਸੀਂ ਜਾਣਦੇ ਹੋ ਭਾਈ ਤੁਹਾਡੀ ਨਿਹਚਾ ਦੀ ਪ੍ਰੀਖਿਆ ਧੀਰਜ ਬਣਾਉਂਦੀ ਹੈ। ਹਾਲੇਲੂਇਆ, ਹਾਲੇਲੂਇਆ। ਤੁਹਾਡੀ ਨੇਚਾ ਦੀ ਪ੍ਰੀਖਿਆ ਤੁਹਾਡਾ ਵਿਸ਼ਵਾਸ ਦਾ ਟੈਸਟ ਹੁੰਦਾ ਵਾ। ਤੇ ਕੌਣ ਲੈਂਦਾ ਵਾ? ਅਯੂਬ ਦਾ ਟੈਸਟ ਕਿਹਨੇ ਲਿਆ? ਸ਼ੈਤਾਨ ਨੇ ਲਿਆ। ਉਹਦਾ ਵਿਸ਼ਵਾਸ ਪਰਖਣ ਲਈ, ਈਮਾਨ ਪਰਖਣ ਲਈ ਸ਼ੈਤਾਨ ਨੇ ਟੈਸਟ ਲਿਆ ਅਯੂਬ ਦਾ। ਪਰਮੇਸ਼ਰ ਕਹਿੰਦਾ ਜਾ ਪਰਖ ਲਾ ਉਹਨੂੰ, ਪਰ ਉਹਦੀ ਕਹਿੰਦਾ ਜਾਨ ਨੂੰ ਹੱਥ ਨਾ ਲਾਈ। ਤਾਂ ਅਯੂਬ ਆਪਣੇ ਈਮਾਨ ਵਿੱਚ, ਆਪਣੇ ਵਿਸ਼ਵਾਸ ਵਿੱਚ ਕੀ ਨਿਕਲਿਆ? ਪੂਰਾ ਨਿਕਲਿਆ, ਪੂਰਨ ਨਿਕਲਿਆ, ਖਰਾ ਨਿਕਲਿਆ। ਅੱਜ ਮਾੜੀ ਜਿਹੀ ਬਿਮਾਰੀ ਆ ਜਾਵੇ ਰੱਬ ਨੂੰ ਫਟਕਾਰਦੇ ਆ। ਬਿਸ਼ਪ ਸਾਹਿਬ ਜੀ ਬਿਮਾਰ ਰਹਿੰਦੇ ਨੇ, ਪ੍ਰਭੂ ਦਾ ਧੰਨਵਾਦ ਕਰਦੇ। ਪ੍ਰਭੂ ਤੇਰਾ ਧੰਨਵਾਦ ਹੈ, ਇਸ ਬਿਮਾਰੀ ਲਈ ਵੀ ਤੇਰਾ ਧੰਨਵਾਦ ਹੈ, ਇਸ ਪਰੇਸ਼ਾਨੀ ਲਈ ਵੀ ਤੇਰਾ ਧੰਨਵਾਦ ਹੈ। ਕਿਉਂਕਿ ਪਤਾ ਨਹੀਂ ਰੱਬ ਕਿਹੜੇ ਰੰਗ ਵਿੱਚ ਰਾਜੀ ਆ। ਹਰ ਹਾਲ ਵਿੱਚ ਕੀ ਕਰੋ ਉਹਦਾ ਧੰਨਵਾਦ। ਬਿਮਾਰੀ ਵਿੱਚ ਹੋਵੋ ਕੀ ਕਰੋ? ਧੰਨਵਾਦ। ਗਰੀਬੀ ਵਿੱਚ ਹੋਵੋ ਧੰਨਵਾਦ। ਪੈਸੇ ਵਿੱਚ ਹੋਵੋ ਧੰਨਵਾਦ। ਤੇ ਨਾਰਮਲ ਰਵੋ ਧੰਨਵਾਦ। ਧੰਨਵਾਦ। ਹਰ ਹਾਲ ਵਿੱਚ ਕੀ ਕਰੋ ਉਹਦਾ ਧੰਨਵਾਦ। ਕਿਉਂਕਿ ਪ੍ਰਭੂ ਸਾਨੂੰ ਪਰਖਦਾ ਕਈ ਵਾਰੀ ਵੀ ਸਾਨੂੰ ਪਾਸ ਕੀਤਾ, ਪਰਮੇਸ਼ਰ ਨੇ ਟੈਸਟ ਦਿੱਤਾ। ਹੁਣ ਮੈਨੂੰ ਸਿਖਾਇਆ ਕੱਲ ਨੂੰ ਮੇਰਾ ਟੈਸਟ ਹੋਣਾ, ਮੈਨੂੰ ਪ੍ਰਭੂ ਨੇ ਸ਼ੈਤਾਨ ਦੇ ਮੂਹਰੇ ਖੜਾ ਕਰ ਦੇਣਾ। ਲੈ ਵੀ ਸ਼ੈਤਾਨ ਨੂੰ ਪਰਖ ਲੈ, ਮੇਰਾ ਬੰਦਾ ਵਾ, ਮੇਰਾ ਵਿਸ਼ਵਾਸੀ ਆ, ਮੇਰਾ ਖਾਦਮ ਆ। ਇਹ ਨਹੀਂ ਡਾਵਾਡੋਲ ਹੋਊਗਾ। ਈਮਾਨ ਸਾਡਾ ਪਰਖਿਆ ਜਾਂਦਾ, ਵਿਸ਼ਵਾਸ ਪਰਖਿਆ ਜਾਂਦਾ ਸਾਡਾ। ਕਿਉਂਕਿ ਆਤਮਾ ਨੇ ਤੁਹਾਨੂੰ, ਹੁਣ ਮੰਨ ਲਓ ਤੁਸੀਂ 3 ਸਾਲ ਚਰਚ ਜਾ ਰਹੇ ਹੋ, ਤੁਹਾਨੂੰ 3 ਸਾਲ ਤੋਂ ਮੈਂ ਕਲਾਮ ਸੁਣਾ ਰਿਹਾ, 3 ਸਾਲ ਬਾਅਦ ਤੁਹਾਡਾ ਟੈਸਟ ਹੋਣਾ। ਤੇ ਟੈਸਟ ਵਿੱਚ ਜੇ ਤੁਸੀਂ ਫੇਲ ਹੋ ਗਏ ਤੇ ਫਿਰ ਤੁਹਾਨੂੰ ਫਿਰ ਜ਼ੀਰੋ ਤੋਂ ਸ਼ੁਰੂ ਕਰਨਾ ਪੈਣਾ। ਕਿੱਥੋਂ ਸ਼ੁਰੂ ਕਰਨਾ ਪੈਣਾ? ਜ਼ੀਰੋ ਤੋਂ। 3 ਸਾਲ ਬਾਅਦ ਤੁਹਾਡਾ ਟੈਸਟ ਹੋਣਾ। ਐਗਜ਼ਾਮਪਲ ਦੇ ਰਿਹਾ, ਸਿਰਫ ਇਹ ਨਹੀਂ ਕਹਿ ਰਿਹਾ। ਤੁਸੀਂ ਅੱਜ ਕਲਾਮ ਸੁਣਦੇ ਹੋ, ਤੁਹਾਡਾ ਕੱਲ ਨੂੰ ਟੈਸਟ ਆ ਜਾਵੇ, ਪ੍ਰਭੂ ਕਹੇ ਲੈ ਵੀ ਸ਼ੈਤਾਨ ਦੇ ਮੂਹਰੇ ਕਰ ਦੇਣਾ, ਲੈ ਵੀ ਬਿਮਾਰੀ ਆਉਣੀ ਆ, ਗਰੀਬੀ ਆਉਣੀ ਆ, ਤੇਰਾ ਹੁਣ ਟੈਸਟ ਹੋਣਾ ਵਾ, ਤੇਰਾ ਕੰਮ ਚਲਾ ਜਾਣਾ, ਤੇਰਾ ਕੀ ਹੋਣਾ ਵਾ? ਹੁਣ ਟੈਸਟ ਹੋਣਾ। ਤੇ ਤੁਸੀਂ ਕਹੋ ਪ੍ਰਭੂ ਜੀ ਮੈਂ ਤਾਂ ਭੁੱਖਾ ਮਰਦਾ, ਮੈਂ ਨਹੀਂ ਮੰਨਣਾ ਮੁੰਨਾ, ਮੈਂ ਨਹੀਂ ਦੁਆ ਕਰਨੀ, ਮੇਰੇ ਨਿਆਣੇ ਭੁੱਖੇ ਮਰ ਜਾਣਗੇ, ਸਕੂਲੋਂ ਨਾ ਕੱਢ ਦੇਣਗੇ, ਰੋਟੀ ਕਿੱਥੋਂ ਖਾਊਂਗਾ, ਮੈਂ ਤਾਂ ਮਰ ਜਾਊਂਗਾ, ਮੈਂ ਤਾਂ ਮਰ ਜਾਊਂਗਾ। ਪ੍ਰਭੂ ਜੀ ਤੇਰਾ ਧੰਨਵਾਦ ਹੈ ਇਸ ਟੈਸਟ ਵਾਸਤੇ। ਪ੍ਰਭੂ ਯਿਸੂ ਮਸੀਹ ਜੀ, ਜੇ ਤੂੰ ਕਾਵਾਂ ਚਿੜੀਆਂ ਨੂੰ ਦੇ ਸਕਦਾ, ਮੈਨੂੰ ਵੀ ਦੇ ਸਕਦਾ, ਕਿਉਂਕਿ ਮੈਂ ਤੇਰੀ ਔਲਾਦ ਹਾਂ। ਹਾਲੇਲੂਇਆ, ਹਾਲੇਲੂਇਆ। ਬਾਈਬਲ 'ਚ ਲਿਖਿਆ ਸ਼ੇਰ ਦੇ ਬੱਚੇ ਭੁੱਖੇ ਮਰ ਜਾਂਦੇ ਆ, ਪਰ ਜਿਹੜੇ ਰੱਬ ਦੇ ਮੰਨਣ ਵਾਲੇ ਲੋਕ ਆ, ਰੱਬ ਦੇ ਤਾਲਬ ਆ, ਕਦੇ ਵੀ ਕਿਸੇ ਚੀਜ਼ ਦਾ ਘਾਟਾ ਨਹੀਂ ਪੈਂਦਾ। ਇਸ ਲਈ ਮੇਰੇ ਭੈਣੋ ਤੇ ਭਰਾਵੋ, ਟੈਸਟ ਤੋਂ ਘਬਰਾਓ ਨਾ। ਜਦ ਤੱਕ ਤੁਹਾਡਾ ਟੈਸਟ ਨਹੀਂ ਆਊਗਾ, ਤੁਹਾਡਾ ਈਮਾਨ ਦਾ ਪਤਾ ਹੀ ਨਹੀਂ ਲੱਗਣਾ, ਤੁਹਾਡੇ ਵਿਸ਼ਵਾਸ ਦਾ ਪਤਾ ਨਹੀਂ ਲੱਗਣਾ। ਤੁਹਾਡੇ ਘਰ 'ਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਸਕਦੀ ਹੈ ਟੈਸਟ ਵਾਸਤੇ, ਤੇ ਯਿਸੂ ਮਸੀਹ ਨੇ ਨਹੀਂ ਲਿਆਉਣੀ। ਕਿਉਂਕਿ ਬਾਈਬਲ 'ਚ ਲਿਖਿਆ ਯਿਸੂ ਮਸੀਹ ਕਦੀ ਵੀ ਪਰਮੇਸ਼ਵਰ ਬਦੀ ਤੋਂ ਕਿਸੇ ਨੂੰ ਨਹੀਂ ਪਰਤਾਉਂਦਾ। ਇਸੇ ਵਿੱਚ ਹੀ ਲਿਖਿਆ ਹੋਇਆ, ਥੋੜੇ ਥੱਲੇ ਜਾ ਕੇ ਪੜੋ ਪਤਰਸ ਜੀ ਅੱਗੇ। ਅਤੇ ਧੀਰਜ ਦੇ ਕੰਮ ਨੂੰ ਪੂਰਿਆ ਹੋਣ ਲੈਣ ਦਿਓ, ਭਾਈ ਤੁਸੀਂ ਸਿੱਧ ਅਤੇ ਸੰਪੂਰਨ ਹੋਵੋ। ਜਦੋਂ ਤੁਹਾਡੀ ਪ੍ਰੀਖਿਆ ਹੋਣੀ ਆ, ਤੁਹਾਨੂੰ ਕੀ ਬਣਾਉਂਦੀ ਆ? ਸਿੱਧ ਤੇ ਸੰਪੂਰਨ ਬਣਾਉਂਦੀ ਆ। ਜਦੋਂ ਪ੍ਰੀਖਿਆ ਹੁੰਦੀ ਆ, ਉਦੋਂ ਤੱਕ ਤੁਸੀਂ ਸਿੱਧ ਤੇ ਸੰਪੂਰਨ ਵਿਸ਼ਵਾਸੀ, ਮਤਲਬ ਕਿ ਪਰਫੈਕਟ ਸ਼ਬਦ ਨੂੰ ਸੁਣੋ, ਪਰਫੈਕਟ ਵਿਸ਼ਵਾਸੀ ਨਹੀਂ ਬਣ ਸਕਦੇ ਜਦੋਂ ਤੱਕ ਤੁਹਾਡੀ ਪ੍ਰੀਖਿਆ ਨਹੀਂ ਹੁੰਦੀ। ਕਿੰਨੇ ਲੋਕਾਂ ਨੇ ਡਰਾਈਵਰੀ ਸਿੱਖੀ ਆ? ਜਦੋਂ ਲਾਇਸੈਂਸ ਬਣਾਉਂਦੇ ਆ ਬਾਹਰ, ਯੂਕੇ 'ਚ ਵਿੱਚ, ਇਟਲੀ ਦੇ ਵਿੱਚ, ਯੂਰਪ 'ਚ, ਕੈਨੇਡਾ 'ਚ, ਅਮਰੀਕਾ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਇੰਡੀਆ ਦੇ ਵਿੱਚ, ਜਦੋਂ ਵੀ ਤੁਸੀਂ ਟੈਸਟ ਦਿੰਦੇ ਹੋ, ਲਾਇਸੈਂਸ ਬਣਾਉਂਦੇ ਹੋ, ਪਹਿਲਾਂ ਤੁਹਾਡਾ ਕਾਗਜ਼ ਦਿੱਤਾ ਜਾਂਦਾ, ਟੈਸਟ ਲਿਆ ਜਾਂਦਾ। ਉਹ ਇਹਨੂੰ ਗੱਡੀ ਆਉਂਦੀ ਵੀ ਆ, ਕਿਤੇ ਹੋਰ ਹੀ ਨਾ ਕੱਲ ਨੂੰ ਲਾਇਸੈਂਸ ਬਣਾ ਕੇ ਟਰਾਲੇ ਦਾ ਤੇ ਲੋਕਾਂ ਦੇ ਚਾੜ ਦੇਵੇ, ਗੱਡੀ ਬਣਾ ਕੇ ਲਾਇਸੈਂਸ ਗੱਡੀ ਦਾ ਲੋਕਾਂ ਦੇ ਉੱਤੇ ਚਾੜ ਦੇਵੇ। ਪਹਿਲਾਂ ਕੀ ਲੈਂਦੇ ਹੋ? ਟੈਸਟ ਲੈਂਦੇ ਆ ਵੀ ਇਹਨੂੰ ਗੱਡੀ ਆਉਂਦੀ ਵੀ ਆ ਜਾਂ ਨਹੀਂ ਆਉਂਦੀ। ਨਹੀਂ, ਜਦੋਂ ਤੁਸੀਂ ਟੈਸਟ ਪਾਸ ਕਰਦੇ ਆ, ਫਿਰ ਤੁਹਾਨੂੰ ਕੀ ਮਿਲਦਾ ਵਾ? ਲਾਇਸੈਂਸ ਮਿਲਦਾ। ਬਿਨਾਂ ਟੈਸਟ ਤੋਂ ਲਾਇਸੈਂਸ ਨਹੀਂ ਮਿਲਦਾ। ਪਰ ਉਹ ਗੱਲ ਵੱਖਰੀ ਹੈ, ਰਿਸ਼ਵਤ ਦੇ ਕੇ ਬਣਾ ਲਓ, ਤੇ ਪਰ ਪਰਮੇਸ਼ਵਰ ਦੇ ਕੰਮ ਵਿੱਚ ਰਿਸ਼ਵਤ ਨਹੀਂ ਚੱਲਦੀ। ਰਿਸ਼ਵਤ ਮਤਲਬ ਇਹ ਆ ਵੀ ਪਾਦਰੀ ਨੂੰ ਤੁਸੀਂ ਕਹਿੰਦੇ ਲਓ ਜੀ ਪਾਦਰੀ ਸਾਹਿਬ 10,000 ਰੁਪਏ ਲੈ ਲਓ, ਚੰਗੀ ਜੀ ਦੁਆ ਕਰ ਦਿਓ, ਮੈਂ ਟੈਸਟ 'ਚੋਂ ਪਾਸ ਹੋ ਜਾਵਾਂ। ਇਦਾਂ ਨਹੀਂ ਹੋਣੀ, ਤੈਨੂੰ ਟੈਸਟ ਦੇਣਾ ਹੀ ਪੈਣਾ। ਹਾਲੇਲੂਇਆ। ਪਰਤਾਵੇ ਦੇ ਵਿੱਚੋਂ ਲੰਘਣਾ ਪੈਣਾ। ਪਰਤਾਵਾ ਕਈ ਤਰ੍ਹਾਂ ਦਾ ਹੋ ਸਕਦਾ। ਸਿੱਧ ਤੇ ਸੰਪੂਰਨ ਕਦੋਂ ਬਣਦੇ? ਜਦੋਂ ਕੀ ਹੁੰਦਾ ਵਾ? ਪਰਤਾਵਾ ਹੁੰਦਾ। ਪਰਤਾਵਾ ਗਰੀਬੀ ਦਾ ਵੀ ਆ ਸਕਦਾ। ਅਯੂਬ ਤੇ ਗਰੀਬੀ ਵੀ ਆਈ ਤੇ ਬਿਮਾਰੀ ਵੀ ਆਈ, ਦੋ ਪਰਤਾਵੇ ਇਕੱਠੇ ਹੀ ਆ ਗਏ। ਉਹਦੇ ਧੀਆਂ ਪੁੱਤਰ ਵੀ ਮਰ ਗਏ, ਪੈਸਾ ਧੇਲਾ ਵੀ ਉਜੜ ਗਿਆ, ਘਰ-ਬਾਰ ਵੀ ਚਲਾ ਗਿਆ, ਤੇ ਬਿਮਾਰੀ ਵੀ ਆ ਗਈ ਆ। ਇੱਥੋਂ ਲੈ ਕੇ ਇੱਥੋਂ ਤੱਕ ਕਾਹਦੇ ਨਾਲ ਭਰ ਗਿਆ? ਫੋੜਿਆ ਨਾ। ਤੇ ਉਹਦੇ ਸ਼ਬਦ ਸੁਣਨੇ ਆ, ਕੀ ਕਹਿੰਦਾ ਸੀ ਅਯੂਬ? ਪਰਮੇਸ਼ਵਰ ਨੇ ਦਿੱਤਾ, ਪਰਮੇਸ਼ਵਰ ਨੇ ਲੈ ਲਿਆ, ਉਹਦਾ ਨਾਮ ਮੁਬਾਰਕ ਹੋਵੇ। ਹਾਲੇਲੂਇਆ। ਇਹ ਬਦਨ ਪ੍ਰਭੂ ਦਾ। ਜੇ ਬਿਮਾਰੀ ਵੀ ਆ ਗਈ ਆ, ਪ੍ਰਭੂ ਤੇਰਾ ਧੰਨਵਾਦ ਆ। ਪੈਸਾ ਪ੍ਰਭੂ ਦਾ ਚਲਾ ਗਿਆ ਤੇ ਪ੍ਰਭੂ ਤੇਰਾ ਧੰਨਵਾਦ ਆ। ਉਹਦੇ ਸ਼ਬਦਾਂ ਨੇ ਉਹਨੂੰ ਟੈਸਟ ਵਿੱਚੋਂ ਕੀ ਕੀਤਾ ਵਾ? ਪਾਸ ਕੀਤਾ। ਕਿਉਂਕਿ ਆਤਮਾ ਨੇ ਉਹਨੂੰ ਚਲਾਇਆ, ਉਹਨੂੰ ਸਿਖਾਇਆ ਹੋਇਆ ਸੀ ਆਤਮਾ ਨੇ ਵੀ ਪ੍ਰਭੂ ਤੋਂ ਆਪਾਂ ਚੰਗਾ ਤੇ ਲੈਣਾ, ਮਾੜਾ ਵੀ ਲੈਣਾ ਵਾ।
हर वेले चंगी उम्मीद की आस ना रखो, हुण भी बरकत मिलू 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 हर वारी मिलू, हर वारी मिलू, कई वारी नहीं भी मिलती। मतलब कि उन्होंने प्रिपेयर किया है सी अयूब नूं। तुसीं उदों विश्वास च मजबूत होना जदों परतावे विचों दी लंघोगे। हालेलुया। इहदी 12 आयत पढ़ो, 1 दी 12। ਧੰਨ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ। ਧੰਨ ਆ ਉਹ ਬੰਦਾ, ਧੰਨ ਆ ਉਹ ਵਿਸ਼ਵਾਸੀ, ਧੰਨ ਆ ਉਹ ਵਿਸ਼ਵਾਸਣ, ਧੰਨ ਆ ਉਹ ਪਾਸਟਰ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ। ਕਈ ਲੋਕ ਮੈਂ ਦੇਖੇ ਨੇ ਮੇਰੇ ਤੋਂ ਹੁੰਦੇ ਨੇ, ਨਾਰਾਜ਼ਗੀ ਕਰਦੇ ਨੇ, ਪਾਸਟਰ ਜੀ ਇੰਨੇ ਦਿਨ ਹੋ ਗਏ ਤੁਹਾਨੂੰ ਚਰਚ ਵਿੱਚ ਆਉਂਦੇ ਹੋਏ, ਹਾਲੇ ਤੱਕ ਸਾਨੂੰ ਕੰਮ ਤਾਂ ਮਿਲਿਆ ਨਹੀਂ। ਪਾਸਟਰ ਜੀ ਇੰਨੇ ਦਿਨ ਹੋ ਗਏ ਸਾਨੂੰ ਚਰਚ ਵਿੱਚ ਆਉਂਦੇ, ਹਾਲੇ ਤੱਕ ਬਿਮਾਰੀ ਤਾਂ ਗਈ ਨਹੀਂ। ਪਾਸਟਰ ਜੀ ਇੰਨੇ ਦਿਨ ਹੋ ਗਏ ਸਾਨੂੰ ਚਰਚ ਵਿੱਚ ਆਉਂਦੇ, ਹਾਲੇ ਤੱਕ ਸਾਡੇ ਘਰ ਦੇ ਹਾਲਾਤ ਤਾਂ ਬਦਲੇ ਨਹੀਂ। ਤੂੰ ਕਦੋਂ ਬਦਲਿਆ? ਤੇਰਾ ਟੈਸਟ ਚੱਲਦਾ ਪਿਆ, ਆਪਣੇ ਟੈਸਟ ਤੇ ਧਿਆਨ ਦੇ, ਪੜ੍ਹਾਈ ਆਪਣੀ ਤੇ ਧਿਆਨ ਦੇ। ਮੈਂ ਨਵੇਂ ਵਿਸ਼ਵਾਸੀਆਂ ਦੀ ਨਹੀਂ, ਪੁਰਾਣਿਆਂ ਦੀ ਗੱਲ ਕਰ ਰਿਹਾ, ਜਿਹੜੇ ਪੁਰਾਣੇ ਮਸੀਹ ਨੇ ਜਿਨ੍ਹਾਂ ਦੇ ਟੈਸਟ ਚੱਲਦੇ ਪਏ ਆ। ਮੈਨੂੰ ਪਤਾ, ਤੁਹਾਨੂੰ ਨਹੀਂ ਪਤਾ। ਮੈਂ ਦੱਸ ਸਕਦਾ ਕਿਹੜੇ ਕਿਹੜੇ ਵਿਸ਼ਵਾਸੀ ਜਿਹਨਾਂ ਦੇ ਟੈਸਟ ਹੋ ਰਹੇ ਆ, ਪਰ ਤੁਸੀਂ ਉਸ ਚੀਜ਼ ਨੂੰ, ਕਿਉਂਕਿ ਮੇਰਾ ਕੰਮ ਹੀ ਨਹੀਂ, ਮੈਂ ਤੁਹਾਨੂੰ ਨਕਲ ਹੀ ਨਹੀਂ ਮਰਵਾ ਸਕਦਾ। ਮੈਂ ਤੁਹਾਨੂੰ ਕਿਤੇ ਦੱਸਾਂ ਨਕਲ ਮਾਰ ਲਾ, ਤੇਰਾ ਟੈਸਟ ਚੱਲਦਾ ਪਈ, ਉਹ ਤਰਲੇ ਮਾਰ ਲਾ ਪ੍ਰਭੂ ਦੇ ਮੋਰੇ, ਹਾ ਨਾ ਨਾ ਨਾ, ਮੈਂ ਕੌਣ ਹੁੰਦਾ ਦੱਸਣ ਵਾਲਾ ਤੁਹਾਨੂੰ? ਮੈਂ ਫਸ ਜੂ। ਕਹਿੰਦੇ ਨਾ ਜਦੋਂ ਰੇਡ ਪੈਂਦੀ ਆ, ਜੇ ਟੀਚਰ ਨਕਲ ਮਰਵਾਉਂਦਾ ਫੜਿਆ ਜਾਵੇ ਤਾਂ ਕੀ ਕਰਦੇ ਬਿਸ਼ਪ ਸਾਹਿਬ ਜੀ? ਟੀਚਰ ਨੂੰ ਕੱਢ ਦਿੰਦੇ ਨੌਕਰੀ ਚੋਂ, ਸਸਪੈਂਡ ਕਰ ਦਿੰਦੇ ਆ। ਤਾਂ ਹੋਰ ਹੀ ਪ੍ਰਭੂ ਤੁਹਾਡੇ ਨਕਲ ਮਰਵਾਉਣ ਦੇ ਚੱਕਰ 'ਚ ਮੈਨੂੰ ਕੀ ਕਰ ਦੇਵੇ? ਸਸਪੈਂਡ। ਸਮਝ ਰਹੇ ਹੋ? ਮੈਨੂੰ ਕੀ ਲੋੜ ਤੁਹਾਨੂੰ ਦੱਸਣ ਦੀ ਤੁਹਾਡਾ ਟੈਸਟ ਚੱਲਦਾ? ਕਿਉਂਕਿ ਮੈਂ ਤਾਂ ਤੁਹਾਨੂੰ ਪੜਾਉਣਾ, ਤੁਹਾਨੂੰ ਆਪ ਪਤਾ ਲੱਗਣਾ ਚਾਹੀਦਾ ਮੇਰਾ ਕੀ ਚੱਲਦਾ ਪਿਆ ਵਾ। ਟੈਸਟ ਚੱਲਦਾ ਪਿਆ ਵਾ। ਹਾਲੇਲੂਇਆ, ਹਾਲੇਲੂਇਆ। ਘਰ ਵਾਲੀ ਨੂੰ ਤੁਸੀਂ ਇਹ ਕਹਿਣਾ ਰੁੱਖੀ ਮਿੱਸੀ ਖਾ ਲਾ, ਪਿਆਜ਼ ਨਾ ਖਾ ਲਾ, ਅਚਾਰ ਨਾ ਖਾ ਲਾ, ਪ੍ਰਭੂ ਦਾ ਕੀ ਕਰ ਧੰਨਵਾਦ ਕਰ। ਇਦੋਂ ਬਾਅਦ ਰੋਜ਼ ਮੀਟ ਖਾਊਂਗੀ, ਧੂਆਂ ਕਢਾ ਦੂ ਪ੍ਰਭੂ। ਕਹਿੰਦਾ ਨੱਕ ਥਾਣੀ ਦੀ ਮੀਟ ਕਢਾ ਦੂੰਗਾ। ਹਾਲੇਲੂਇਆ। ਉਹ ਕਹਿੰਦੇ ਮੰਨਾ ਖਾ ਖਾ ਕੇ ਅਸੀਂ ਅੱਕ ਗਏ, ਕੀ ਖਾਣਾ ਵਾ? ਇਜ਼ਰਾਈਲੀ ਕਹਿੰਦੇ ਕੀ ਖਾਣਾ ਵਾ? ਮਾਸ ਖਾਣਾ। ਪ੍ਰਭੂ ਨੇ ਇੰਨੇ ਕੁ ਬਟੇਰੇ ਖਵਾਤੇ, ਇੰਨੇ ਕੁ ਖਵਾਤੇ, ਨੱਕ ਥਾਣੀ ਦੀ ਕੀ ਕਢਾਤਾ ਸੀ ਉਹਨਾਂ ਦੇ? ਮਾਸ ਕਢਾਤਾ। ਧੂਆਂ ਕਢਾਤਾ, ਮਤਲਬ ਇੰਨਾ ਮੀਟ ਖਵਾਇਆ ਉਹਨਾਂ ਨੂੰ। ਤੇ ਜਿਹੜੇ ਪਰਤਾਵੇ ਵਿੱਚ ਨੇ, ਬਹੁਤ ਜਲਦ ਤੁਸੀਂ ਬਾਹਰ ਆ ਰਹੇ ਹੋ ਪਰਤਾਵੇ ਦੇ ਵਿੱਚੋਂ। ਆਮੀਨ। ਜੇ ਤੁਹਾਡੇ ਉੱਤੇ ਕਰਜ਼ੇ ਦਾ ਪਰਤਾਵਾ, ਬਾਹਰ ਆ ਰਹੇ ਹੋ ਤੁਸੀਂ। ਆਮੀਨ। ਬਿਮਾਰੀ ਦੇ ਪਰਤਾਵੇ ਚੋਂ ਬਾਹਰ ਆ ਰਹੇ ਆ। ਆਮੀਨ। ਹਰੇਕ ਉਹ ਪਰਤਾਵਾ ਜਿਸ ਵੀ ਤਰੀਕੇ ਦਾ ਤੁਹਾਡੀ ਜ਼ਿੰਦਗੀ ਵਿੱਚ ਚੱਲ ਰਿਹਾ, ਤੁਸੀਂ ਬਾਹਰ ਆ ਰਹੇ ਹੋ ਪਰਤਾਵੇ ਜੋ ਯਿਸੂ ਦੇ ਸਮਰਥੇ ਨਾਮ ਹੈ। ਆਮੀਨ। ਧੰਨ ਆ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ। ਸਹਿ ਲੈਂਦਾ ਮਤਲਬ, ਸਹਿਣ ਦਾ ਮਤਲਬ ਇਹ ਆ, ਖੜਾ ਹੋ, ਸਹਿਣਾ ਹੁਣ ਤੁਹਾਨੂੰ ਕਿੱਦਾਂ ਦੱਸ ਦਵਾਂ। ਮੰਨ ਲਓ ਬੰਦਾ ਇਹਦੇ ਉੱਤੇ ਮੈਂ ਕੁਆਂਟਲ ਦਾ ਭਾਰ ਰੱਖਤਾ, ਇਹ ਕੀ ਕਰਨਾ ਪੈਣਾ? ਇਹਨੂੰ ਸਹਿਣਾ ਪੈਣਾ। ਇਹਦੇ ਹੱਥਾਂ ਦੇ ਉੱਤੇ ਮੈਂ ਭਾਰ ਰੱਖ ਦਵਾਂ, ਦੋਨੇ ਹੱਥ ਕਰ ਇਦਾਂ ਕਰਕੇ ਗਾਣੂ, ਹੱਥਾਂ ਦੇ ਉੱਤੇ ਮੈਂ ਇਹਦੇ ਰੱਖ ਦਵਾਂ, ਇਹਨੂੰ ਕੀ ਕਰਨਾ ਪੈਣਾ? ਸਹਿਣਾ ਪੈਣਾ। ਤੇ ਜਾਂ ਇਹਦੇ ਪੈਰ ਦੇ ਉੱਤੇ ਕੋਈ ਚੀਜ਼ ਚਾੜ ਦਈਏ ਤੇ ਕੀ ਕਰਨਾ ਪੈਣਾ? ਇਹਨੂੰ ਦੁੱਖ ਸਹਿਣਾ ਪੈਣਾ ਵਾ। ਓਏ ਉਹ ਮਰ ਗਿਆ, ਕੱਢ ਦੋ ਪੈਰ ਆ ਗਏ ਥੱਲੇ, ਪੈਰ ਆ ਗਿਆ। ਨਹੀਂ ਪਾਸਟਰ ਜੀ ਮੈਂ ਨਹੀਂ ਸਹਿ ਸਕਦਾ। ਇਹ ਤਾਂ ਚੁੰਡੀ ਵੜਦੀ, ਇਹਨੂੰ ਕੀ ਕਰਨੀ ਪੈਣੀ ਆ? ਸਹਿਣੀ ਪੈਣੀ। ਓਏ ਛੱਡ ਦੋ ਲਾਲ ਹੋ ਜਾਊਗਾ ਮੈਂ ਪਾਸਟਰ ਜੀ, ਮੈਂ ਨਹੀਂ ਸਹਿ ਸਕਦਾ ਦਰਦ। ਸਭ ਐਗਜ਼ਾਮਪਲ ਦੇ ਰਿਹਾ ਸਿਰਫ ਸਿਖਾਉਣ ਲਈ। ਪਰਤਾਵਾ ਕੀ ਕਰਨਾ ਪੈਣਾ? ਸਹਿਣਾ ਪੈਣਾ ਵਾ। ਪਰਤਾਵੇ ਤੋਂ ਪਹਿਲਾਂ ਹੀ ਡਰ ਜੂਗੇ, ਪ੍ਰਭੂ ਜੀ ਨਹੀਂ ਮੈਂ ਨਹੀਂ ਟੈਸਟ ਦੇਣਾ, ਮੈਨੂੰ ਉਦੋਂ ਹੀ ਪਾਸ ਕਰ ਦਿਓ, ਸਿਫਾਰਿਸ਼ ਪਵਾ ਦੇਣਾ ਮੈਂ ਕਿਹਦੀ? ਪਾਸਟਰ ਸ਼ਮੌਨ ਦੀ। ਜੇ ਕਹੋ ਵੱਡੀ ਪਵਾ ਦਈਏ, ਬਿਸ਼ਪ ਸਾਹਿਬ ਦੀ ਸਿਫਾਰਿਸ਼ ਪਵਾ ਦਈਏ ਪ੍ਰਭੂ ਜੀ, ਪ੍ਰਭੂ ਨੇ ਕਹਿਣਾ ਮੈਨੂੰ ਸਿਫਾਰਿਸ਼ਾਂ ਦੀ ਲੋੜ ਨਹੀਂ ਆ, ਮੈਨੂੰ ਤੂੰ ਦੱਸ ਤੂੰ ਕੀ ਸਿੱਖਿਆ, ਕੀ ਕਰਨਾ ਹੁਣ ਤੂੰ? ਸਮਝਦੇ ਹੋ ਗੱਲ ਨੂੰ? ਤੁਹਾਡੇ ਪਰਤਾਵੇ ਨਾਲ ਪ੍ਰਭੂ ਦਾ ਨਾਮ ਉੱਚਾ ਹੁੰਦਾ, ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ। ਹਾਲੇਲੂਇਆ, ਹਾਲੇਲੂਇਆ। ਤੁਹਾਡੇ ਪਰਤਾਵੇ ਨਾਲ ਕਿਹਦਾ ਨਾਮ ਉੱਚਾ ਹੋਣਾ ਵਾ? ਪ੍ਰਭੂ ਯਿਸੂ ਮਸੀਹ ਦਾ। ਕਿਉਂਕਿ ਜਦੋਂ ਸ਼ੈਤਾਨ ਨੇ ਤੁਹਾਨੂੰ ਪਰਖਣਾ, ਤੇ ਜਦੋਂ ਤੁਸੀਂ ਈਮਾਨ ਵਿੱਚੋਂ, ਵਿਸ਼ਵਾਸ ਵਿੱਚੋਂ ਖਰੇ ਨਿਕਲਣਾ, ਤੇ ਕਿਹਦੀ ਮਹਿਮਾ ਹੋਣੀ ਆ? ਪ੍ਰਭੂ ਯਿਸੂ ਮਸੀਹ ਦੀ। ਕਿਹਦੀ ਮਹਿਮਾ ਹੋਣੀ ਆ? ਪ੍ਰਭੂ ਯਿਸੂ ਮਸੀਹ ਦੀ ਮਹਿਮਾ ਹੋਣੀ ਆ। ਉਹਦੇ ਨਾਮ ਨੂੰ ਜਲਾਲ ਮਿਲਣਾ ਵਾ। ਬੈਠ ਜਾਓ। ਹਾਂਜੀ ਪੜੋ ਪਤਰਸੀ, ਜਾਂ ਪਰਤਾਇਆ ਜਾਵੇ। ਹਾਲੇਲੂਇਆ, ਹਾਲੇਲੂਇਆ। ਸੁਣੋ, ਬੱਚਾ ਜਦੋਂ ਕਲਾਸ ਪਾਸ ਕਰਦਾ ਟੌਪ ਤੇ, ਜਿਹਨੂੰ ਟੌਪਰ ਕਿਹਾ ਜਾਂਦਾ, ਕੋਈ ਹੈਗਾ ਟੌਪਰ ਆਪਣੇ ਇੱਥੇ ਬੈਠਾ ਜਿਹੜਾ ਸਕੂਲ ਦੇ ਟੌਪਰ ਆਉਂਦਾ ਹੋਵੇ? ਟੌਪਰ ਟੌਪ ਤੇ ਜਿਹਨੇ ਕਲਾਸ ਕਰਦਾ ਹੋਵੇ, ਫਸਟ ਤੇ, ਸ਼ਾਬਾਸ਼, ਬਹੁਤ ਵਧੀਆ। ਪ੍ਰਭੂ ਤੈਨੂੰ ਬਹੁਤ ਬਰਕਤ ਦੇਵੇ, ਬਲੈਸ ਕਰੇ, ਔਰ ਕੋਈ ਵੀ ਤੈਨੂੰ ਹਰਾ ਨਾ ਸਕੇ, ਤੂੰ ਇਸੇ ਤਰ੍ਹਾਂ ਟੌਪ ਕਰਦੀ ਜਾਵੇਂ। ਆਮੀਨ, ਆਮੀਨ, ਹਾਲੇਲੂਇਆ, ਹਾਲੇਲੂਇਆ। ਉਹ ਜਿਹੜੇ ਨਹੀਂ ਟੌਪਰ, ਉਹਨਾਂ ਨੂੰ ਵੀ ਪ੍ਰਭੂ ਟੌਪ ਤੇ ਬਣਾਵੇ। ਧੰਨ ਉਹ ਮਨੁੱਖ ਜਾਂ ਪਰਤਾਵੇ ਨੂੰ ਸਹਿ ਲੈਂਦਾ, ਖਰਾ ਨਿਕਲੇ ਤਾਂ ਕੀ ਮਿਲਦਾ ਉਹਨੂੰ? ਜੀਵਨ ਦਾ ਮੁਕਟ। ਕਿਹੜਾ ਮੁਕਟ? ਜੀਵਨ ਦਾ ਮੁਕਟ। ਕਰਾਊਨ ਮਿਲਣਾ ਉਹਨੂੰ। ਕੀ ਮਿਲਣਾ ਵਾ? ਕਰਾਊਨ ਮਿਲਣਾ, ਤਾਜ ਮਿਲਣਾ ਉਹਨੂੰ ਜੀਵਨ ਦਾ। ਜੀਵਨ ਦਾ ਮਤਲਬ ਕੀ? ਪਰਤਾਵਾ ਸਹਿਣ ਨਾਲ ਹੀ ਕੀ ਮਿਲ ਜਾਣਾ? ਜੀਵਨ ਦਾ ਮੁਕਟ ਮਿਲਣਾ, ਤਾਜ ਮਿਲਣਾ। ਪਰਤਾਵਾ ਸਹਿੰਦੇ ਨਹੀਂ ਤਾਂ ਤਾਜ ਕਿੱਥੋਂ ਮਿਲਣਾ? ਤਾਜ ਮਤਲਬ ਕਿ ਤੁਹਾਡਾ ਜੀਵਨ ਨਾਸ਼ ਨਹੀਂ ਹੋਣਾ। ਜਿਹੜਾ ਤੁਹਾਡਾ ਜੀਵਨ ਨਾਸ਼ ਹੋਣਾ ਵਾ ਨਾ, ਪ੍ਰਭੂ ਨੇ ਤੁਹਾਡੇ ਜੀਵਨ ਨੂੰ, ਆਤਮਾ ਨੂੰ ਬਚਾ ਕੇ ਉਸ ਆਤਮਾ ਦੇ ਉੱਤੇ ਇੱਕ ਕਰਾਊਨ ਰੱਖ ਦੇਣਾ ਵਾ, ਜਿਹੜਾ ਸ਼ਾਈਨ ਕਰੂਗਾ, ਪਤਾ ਲੱਗ ਜਾਊਗਾ ਪਰਮੇਸ਼ਵਰ ਦੀ ਔਲਾਦ ਆ, ਕਿੰਗ ਆਫ ਕਿੰਗ ਦਾ ਬੇਟਾ ਵਾ, ਪ੍ਰਿੰਸ ਆ ਇਹ। ਹਾਲੇਲੂਇਆ, 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 ਹਾਲੇਲੂਇਆ। ਕਦੋਂ?
ਜਦੋਂ ਕੀ ਕਰੋਗੇ? ਪਰਤਾਵੇ ਨੂੰ ਸਹਿ ਲਵਾਂਗੇ। ਜਦੋਂ ਯਿਸੂ ਮਸੀਹ ਨੇ ਪਰਤਾਵੇ ਨੂੰ ਸਹਿ ਲਿਆ, ਫਿਲਿੱਪੀਆਂ 2 ਭਾਗ ਪੜੋ, ਫਿਲਿੱਪੀਆਂ 2 ਭਾਗ। ਇਸ ਕਾਰਨ ਪਰਮੇਸ਼ਵਰ ਨੇ ਵੀ ਉਸ ਨੂੰ ਅਤ ਉੱਚਾ ਕੀਤਾ ਅਤੇ ਉਹਨੂੰ ਉਹ ਨਾਮ ਦਿੱਤਾ ਜਿਹੜਾ ਸਭਨਾ ਨਾਮਾਂ ਤੋਂ ਉੱਤਮ ਹੈ। ਹਾਲੇਲੂਇਆ, ਹਾਲੇਲੂਇਆ। ਜਦੋਂ ਯਿਸੂ ਮਸੀਹ ਨੇ ਪਰਤਾਵੇ ਨੂੰ ਸਹਿਆ, ਪਰਤਾਵੇ ਨੂੰ ਪਾਸ ਕੀਤਾ, ਆਪਣੇ ਟੈਸਟ ਨੂੰ ਪਾਸ ਕੀਤਾ, ਤੇ ਸੁਣੋ ਪਰਮੇਸ਼ਵਰ ਨੇ ਕੀ ਦਿੱਤਾ? ਕੀ ਦਿੱਤਾ? ਵੀ ਉਹਨੂੰ ਉਹ ਨਾਮ ਦਿੱਤਾ ਜਿਹੜਾ ਸਭਨਾ ਨਾਮਾਂ ਤੋਂ ਉੱਤਮ ਨਾਮ ਹੈ। ਯਿਸੂ ਮਸੀਹ ਨੂੰ ਉਹ ਨਾਮ ਦਿੱਤਾ ਜਿਹੜਾ ਸਾਰਿਆਂ ਨਾਮਾਂ ਤੋਂ ਕੀ ਆ? ਉੱਤਮ ਨਾਮ ਆ। ਯਿਸੂ ਨਾਮ ਉਹ ਵਾ ਜਿਹਦਾ ਨਾਮ ਲੈ ਕੇ ਸਵਰਗ ਖੁੱਲ ਜਾਂਦਾ, ਨਾਮ ਲੈ ਕੇ ਧਰਤੀ ਦੇ ਉੱਤੇ ਜੋ ਕਹਿਣਗੇ ਉਹ ਹੋ ਜਾਊਗਾ। ਯਿਸੂ ਮਸੀਹ ਦਾ ਨਾਮ ਲੈ ਕੇ ਮੁਰਦਿਆਂ ਨੂੰ ਆਵਾਜ਼ ਮਾਰੂਗੇ, ਮੁਰਦੇ ਜ਼ਿੰਦਾ ਹੋ ਜਾਣਗੇ। ਯਿਸੂ ਮਸੀਹ ਦਾ ਨਾਮ ਲੈ ਕੇ ਭੂਤਾਂ ਨੂੰ ਡਾਂਟੂਗੇ, ਭੂਤ ਨਿਕਲ ਜਾਣਗੇ। ਯਿਸੂ ਮਸੀਹ ਦਾ ਨਾਮ ਲੈ ਕੇ ਬਿਮਾਰੀਆਂ ਨੂੰ ਡਾਂਟੂਗੇ, ਬਿਮਾਰੀਆਂ ਨੱਠ ਜਾਣਗੀਆਂ। ਯਿਸੂ ਮਸੀਹ ਦਾ ਨਾਮ ਲੈ ਕੇ